एह बाणी जो जियों जाने तिस अंतर रवै हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै। पर तख गुरु निस्तारै। बाणी बिरलो विचार सी जे को गुरमुख होए। एह बाणी महापुरख की निज कर वासा होए। सारंग महला पंजवा। जीवत राम के गुण गाए। करो कृपा गोपाल बीठले। बिस ना कबहीं जाए। रहा मन तन तन सब तुमरा स्वामी। आन न दूजी जाए। ज्यों तू राखें तिव ही रहना। तुम्हारा पहन खाए। साध संगत के बल बल जाई। बहुड़ न जन्माताए। नानक दास तेरी शरण आई। ज्यों पावे तिमें चलाए। साध संगत के बल बल जाई। बहुड़ न जन्माताए। नानक दास तेरी शरण आई। ज्यों पावे तिमें चलाए। वाहिगुरु जी का खालसा वाहिगुरु जी की फतेह। इस पावन शब्द दी विचार जो 1223 अंग ते दर्ज है। भाई निर्मल सिंह धूड़कोट आप जी नूं सरवण करवाउणगे। जगत गुरु
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਾਠ ਬੋਧ ਸਮਾਗਮ ਗੁਰਦੁਆਰਾ ਨਾਨਕ ਪਿਆਓ ਸਾਹਿਬ ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਹਾਲ ਅੰਦਰ ਜੋ ਉਹਨਾਂ ਦੀ ਯਾਦ ਵਿੱਚ ਬਣਿਆ ਹੈ 15 ਅਗਸਤ ਤੋਂ ਲੈ ਕੇ 14 ਸਤੰਬਰ ਤੱਕ ਹੋਵੇਗਾ। ਸੋ ਜਿਨ੍ਹਾਂ ਨੇ ਸ਼ੁੱਧ ਬਾਣੀ ਪਾਠ ਸਿੱਖਣਾ ਹੋਵੇ ਉਹ ਆਪਣੇ ਨਾਮ ਕਿਸੇ ਵੀ ਇਤਿਹਾਸਕ ਗੁਰਦੁਆਰੇ ਵਿੱਚ 10 ਤਰੀਕ ਤੱਕ ਲਿਖਾ ਸਕਦੇ ਹਨ ਤਾਂ ਕਿ ਪੋਥੀਆਂ ਦਾ ਰੇਲਾਂ ਦਾ ਬੈਠਣ ਦਾ ਸਾਰਾ ਯੋਗ ਪ੍ਰਬੰਧ ਕੀਤਾ ਜਾ ਸਕੇ। ਸਤਿਗੁਰੂ ਜੀ ਦੇ ਇਸ 550 ਸਾਲਾਂ ਨੂੰ ਸਮਰਪਿਤ ਨਗਰ ਕੀਰਤਨ 13 ਅਕਤੂਬਰ ਨੂੰ ਆਰੰਭ ਹੋਣਾ ਹੈ ਜੋ ਬੰਗਲਾ ਸਾਹਿਬ ਤੋਂ ਸਵੇਰੇ 9 ਵਜੇ ਆਰੰਭ ਹੋ ਕੇ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜਾਵੇਗਾ। ਜਿਨ੍ਹਾਂ ਭਾਗਾਂ ਵਾਲਿਆਂ ਨੇ ਇਸ ਨਗਰ ਕੀਰਤਨ ਰਾਹੀਂ ਸੱਚੇ ਪਾਤਸ਼ਾਹ ਦੇ ਪਵਿੱਤਰ ਅਸਥਾਨ ਦੀ ਯਾਤਰਾ ਕਰਨੀ ਹੋਵੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਪਾਸਪੋਰਟ ਜਮ੍ਹਾਂ ਕਰਵਾ ਦਿਓ ਕਿਉਂਕਿ ਬਿਨਾਂ ਵੀਜ਼ੇ ਤੋਂ ਆਪਾਂ ਦੂਸਰੇ ਮੁਲਕ ਵਿੱਚ ਜਾ ਨਹੀਂ ਸਕਦੇ। ਪਾਸਪੋਰਟ ਆਪ ਜੀ ਦਿੱਲੀ ਜਾਂ ਦਿੱਲੀ ਤੋਂ ਬਾਹਰ ਕਿਤੇ ਵੀ ਹਿੰਦੁਸਤਾਨ ਵਿੱਚ ਰਹਿਣ ਵਾਲੇ 14 ਅਗਸਤ ਤੱਕ ਜਮ੍ਹਾਂ ਕਰਵਾ ਸਕਦੇ ਹੋ। ਇਸ ਨਗਰ ਕੀਰਤਨ ਦੇ ਰਾਹੀਂ ਸ਼੍ਰੀ ਕਰਤਾਰਪੁਰ ਸਾਹਿਬ ਸੋਨੇ ਦੀ ਪਾਲਕੀ ਭੇਟਾ ਕੀਤੀ ਜਾਣੀ ਹੈ। ਸ਼੍ਰੀ ਨਨਕਾਣਾ ਸਾਹਿਬ ਸੋਨੇ ਦਾ ਚਵਰ ਭੇਟਾ ਕੀਤਾ ਜਾਣਾ ਹੈ। ਸੋਨੇ ਦੀ ਜਿਲਦ ਵਾਲੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਤਾਬਿਆ ਨਗਰ ਕੀਰਤਨ ਸਜਣਾ ਹੈ। ਫਿਰ ਇਹ ਪਾਵਨ ਸਰੂਪ ਸ਼੍ਰੀ ਨਨਕਾਣਾ ਸਾਹਿਬ ਸੁਭਾਏਮਾਨ ਰਹਿਣਗੇ। ਸੋ ਇਹ ਸੋਨੇ ਦੀ ਸੇਵਾ ਦਾ ਕਾਰਜ 24 ਤਰੀਕ ਤੋਂ ਆਰੰਭ ਹੈ। ਇਹਦੇ ਵਾਸਤੇ 3 ਗੁਰਦੁਆਰਾ ਸਾਹਿਬਾਨਾਂ ਵਿੱਚ ਗੋਲਕਾਂ ਲਾਈਆਂ ਗਈਆਂ ਹਨ। ਆਪ ਜੀ ਸੋਨਾ ਜਾਂ ਸੋਨੇ ਵਾਸਤੇ ਮਾਇਆ ਇਹਨਾਂ ਦੇ ਵਿੱਚ ਪਾ ਸਕਦੇ ਹੋ। ਜੋ 550 ਬੱਚੇ ਅਡਾਪਟ ਕੀਤੇ ਜਾ ਰਹੇ ਹਨ ਆਪ ਜੀ ਬੱਚੇ ਵੀ ਦੇ ਸਕਦੇ ਹੋ, ਬੱਚਿਆਂ ਨੂੰ ਅਡਾਪਟ ਵੀ ਕਰ ਸਕਦੇ ਹੋ ਤੇ ਜੇ ਆਪ ਜੀ ਚਾਹੋ ਤੇ ਰੋਜ਼ ਵੀ 10 20 50 100 ਰੁਪਈਆ ਇਸ ਐਜੂਕੇਸ਼ਨ ਫੰਡ ਵਿੱਚ ਦੇ ਕੇ ਆਪ ਗਰੀਬ ਗੁਰਸਿੱਖ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਆਪਣੇ ਪਰਿਵਾਰ ਦਾ ਹਿੱਸਾ ਪਾ ਸਕਦੇ ਹੋ। ਅਗਲੇ ਸਮੇਂ ਵਾਸਤੇ ਆਓ ਗੁਰਬਾਣੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤ ਨ ਪਾਵਤ ਦੇਵ ਸਭੈ ਮਨ ਇੰਦਰ ਮਹਾ ਸਿਵ ਜੋਗ ਕਰੀ ਫੋਨ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨ ਛਾਡੋ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜੁਨ ਮਹਿ ਧਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ
ਗੁਣ ਗਾਵਾਂ ਨਿਤ ਤੇਰੇ। ਵਾਲੀਏ ਕੁਲ ਆਲਮ, ਗਿਆਨ ਦੇ ਮੁਜੱਸਮੇ, ਗੁਣਾਂ ਦੇ ਭੰਡਾਰ, ਮਿਹਰ ਅਮਤ ਦੇ ਸਾਈਂ, ਬਖਸ਼ਿਸ਼ਾਂ ਦੇ ਦਾਤੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਮੁਕੱਦਸ ਹਜ਼ੂਰੀ ਅੰਦਰ ਬਾਲਾ ਪ੍ਰੀਤਮ 8ਵੇਂ ਗੁਰਦੇਵ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਤਿਗੁਰੂ, ਤਿੰਨਾਂ ਦੇ ਮੁਕੱਦਸ ਅਸਥਾਨ 'ਤੇ ਹਾਜ਼ਰੀਨ ਅਤੇ ਮੀਡੀਏ ਰਾਹੀਂ ਦੇਸ਼ਾਂ ਵਿਦੇਸ਼ਾਂ ਅੰਦਰ ਗੁਰੂ ਸ਼ਬਦ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰ ਵਾਲਿਓ, ਕਰੋ ਕਿਰਪਾਲਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰੀਏ, ਸਤਿਗੁਰੂ ਜੀ ਆਪ ਮਿਹਰਮਤ ਬਖਸ਼ਿਸ਼ ਕਰਕੇ ਪਾਵਨ ਸ਼ਬਦ ਦੀ ਵਿਚਾਰ ਦੀ ਸੇਵਾ ਲੈਣ। ਜੋ ਲੜੀਵਾਰ ਅੰਮ੍ਰਿਤ ਬਾਣੀ ਦੀ ਵਿਚਾਰ ਚੱਲ ਰਹੀ ਹੈ, ਪਾਵਨ ਸ਼ਬਦ ਦਾ ਮੂਲ ਪਾਠ ਸਿੰਘ ਸਾਹਿਬ ਜੀਆਂ ਦੀ ਮੁਬਾਰਕ ਰਸਮ ਤੋਂ ਆਪਾਂ ਸ਼ਰਵਣ ਕੀਤਾ ਹੈ। ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜ ਸਕੀ ਆਪ ਜੀਆਂ ਦੀ ਅਸੀਸ ਚਾਹੁੰਦਾ। ਭਾਵਨਾ ਪਿਆਰ ਸ਼ਰਧਾ ਤੇ ਸਤਿਕਾਰ ਦੇ ਘਰ ਵਿੱਚ ਆਓ। ਅਦਬ ਸਹਿਤ ਗੁਰੂ ਬਖਸ਼ੀ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਮੂਲ 26ਵੇਂ ਰਾਗ ਸਾਰੰਗ ਰਾਗ ਅੰਦਰ ਦਰਜ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਜੀ ਤਿੰਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਪਾਵਨ ਸ਼ਬਦ। ਸਾਹਿਬ ਜੀਆਂ ਨੇ ਇਸ ਪਾਵਨ ਸ਼ਬਦ ਅੰਦਰ ਦੋ ਜਿਹੜੀਆਂ ਮੁੱਢਲੀਆਂ ਵਿਚਾਰਾਂ ਨੇ ਸਾਡੇ ਸਨਮੁਖ ਰੱਖੀਆਂ ਨੇ। ਪਹਿਲੀ ਗੱਲ ਜਿਹੜੀ ਬੜੀ ਧਿਆਨ ਨਾਲ ਸੁਣਨ ਤੇ ਸਮਝਣ ਵਾਲੀ ਹੈ, ਜਿਸ ਗੱਲ ਨੂੰ ਅਸੀਂ ਛੱਡਦੇ ਜਾ ਰਹੇ ਹਾਂ, ਆਪ ਜੀ ਸਜੇ ਹੋ, ਸੁਣਿਆ ਜੇ ਪਿਆਰ ਨਾਲ। ਅੱਜ ਅਸੀਂ ਇੱਕ ਗੱਲ ਤੇ ਖੜ ਗਏ ਵੀ ਵੇਖੋ ਜੀ, ਮਨੁੱਖ ਬਾਣੀ ਪੜ੍ਹ ਲੈ ਕਿ ਸਮਝ ਲੈ, ਜਿੱਥੇ ਮਰਜ਼ੀ ਸਮਝ ਲੈ, ਘਰੇ ਬੈਠਿਆਂ ਸਮਝ ਲੈ, ਕੋਈ ਦੋ ਰਾਵਾਂ ਨਹੀਂ। ਗੁਰਬਾਣੀ ਜਿੱਥੇ ਮਰਜ਼ੀ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਦੇ ਬਚਨ, ਗੁਰਬਾਣੀ ਸਾਨੂੰ ਲਾਹਾ ਦੇਵੇਗੀ, ਅੰਦਰ ਨੂੰ ਸ਼ਾਂਤ ਸੀਤਲ ਕਰੇਗੀ। ਪਰ ਸਾਧ ਸੰਗਤ ਜੀ, ਜਿਸ ਗੱਲ ਦੀ ਵਡਿਆਈ ਧੰਨ ਗੁਰੂ ਗ੍ਰੰਥ ਸਾਹਿਬ ਨੇ ਅੱਜ ਦੇ ਸ਼ਬਦ ਅੰਦਰ ਕੀਤੀ ਹੈ ਨਾ, ਉਹਦੇ ਅੰਦਰ ਦੋ ਗੱਲਾਂ ਰਹਾਉ ਦੀਆਂ ਮੁੱਢਲੀਆਂ ਪੰਕਤੀਆਂ 'ਚ ਨੇ। ਪਹਿਲੀ ਪੰਕਤੀ ਵਿੱਚ ਹੈ ਸਿਧਾਂਤ, ਕਿ ਗੁਰਮਤ ਦਾ ਸਿਧਾਂਤ, ਗੁਰਮਤ ਦਾ ਨਜ਼ਰੀਆ, ਗੁਰਮਤ ਦਾ ਆਧਾਰ ਕੀ ਹੈ। ਤੇ ਰਹਾਉ ਦੀ ਦੂਜੀ ਪੰਕਤੀ ਵਿੱਚ ਹੈ ਅਰਦਾਸ। ਇਹ ਸਿਧਾਂਤ ਵੀ ਤਾਂ ਨਿਵੇਗਾ, ਇਹ ਆਧਾਰ ਤੇ ਵੀ ਤੂੰ ਤਾਂ ਟਿਕਿਆ ਰਹਿ ਸਕੇਗਾ, ਆਧਾਰ ਵੀ ਤਾਂ ਕਾਇਮ ਰਹੇਗਾ ਜੇ ਤੇਰੇ ਕੋਲੇ ਅਰਦਾਸ ਹੋਵੇਗੀ। ਤੇ ਸੱਚੇ ਪਾਤਸ਼ਾਹ ਅਰਦਾਸ ਫਿਰ ਕਰੀਏ ਕਾਹਦੇ ਲਈ? ਸਾਹਿਬ ਕਹਿੰਦੇ ਇਸ ਗੱਲ ਲਈ ਪ੍ਰਮਾਤਮਾ ਅੱਗੇ ਅਰਦਾਸ ਕਰ, ਮਾਲਕ ਜੀ ਤੇਰਾ ਚੇਤਾ, ਤੇਰਾ ਚਿੰਤਨ, ਤੇਰਾ ਸਿਮਰਨ, ਤੇਰੀ ਬੰਦਗੀ, ਤੇਰੀ ਇਬਾਦਤ, ਇਹ ਤੇਰੀ ਕਿਰਪਾ ਤੋਂ ਬਿਨਾਂ ਕਿਸੇ ਨੂੰ ਹਾਸਲ ਨਹੀਂ ਹੁੰਦੀ। ਸੱਚ ਜਾਣੋ, ਇਹ ਜ਼ਬਰਦਸਤੀ ਨਹੀਂ, ਸਿਧਾਂਤ ਹੈ। ਉਹਦੇ ਗੁਣ ਗਾਉਣੇ, ਉਹਦਾ ਚਿੰਤਨ ਕਰਨਾ, ਉਹਦਾ ਸਿਮਰਨ ਕਰਨਾ, ਉਹਦੀ ਬੰਦਗੀ ਕਰਨੀ। ਪਰ ਬੰਦਗੀ ਵੀ ਉਹਦੀ ਕਿਰਪਾ ਦੇ ਨਾਲ ਹੁੰਦੀ ਹੈ। ਇਸ ਲਈ ਦੂਜੀ ਪੰਕਤੀ ਅੰਦਰ ਹੈ ਸੰਗਤ ਦੀ ਅਰਦਾਸ। ਤੇ ਤੀਜਾ ਜਿਹੜਾ ਨੁਕਤਾ ਹੈ ਸ਼ਬਦ ਅੰਦਰ, ਉਹ ਹੈ ਸਾਧ ਸੰਗਤ ਦਾ। ਇਹ ਦੋਏ ਚੀਜ਼ਾਂ ਕਿੱਥੋਂ ਪ੍ਰਾਪਤ ਹੁੰਦੀਆਂ? ਪਰਮਾਤਮਾ ਦਾ ਨਾਮ ਤੇ ਅਰਦਾਸ ਕਰਨ ਦੀ ਜਾਚ ਤੇ ਅਰਦਾਸ ਦੀ ਕਿਰਪਾ ਕਿੱਥੋਂ ਵਰਤਦੀ ਹੈ? ਥੋੜ੍ਹੇ ਜਿਹੇ ਪਹਿਲਾਂ ਆਰੰਭ ਵਿੱਚ ਬੇਨਤੀ ਸੁਣਿਓ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕਦੇ ਬੇਨਤੀ ਕਰੀਏ, ਸਤਿਗੁਰੂ ਜੀ ਅਸੀਂ ਜੇ ਪਰਮਾਤਮਾ ਨੂੰ ਮਿਲਣਾ ਹੈ ਤੇ ਮਿਲੇਗਾ ਕਿੱਥੇ? ਬਹੁਤ ਖਿਆਲ ਨਾਲ ਸੁਣਨ ਵਾਲੀ ਵਿਚਾਰ ਨੁਕਤਾ ਗੁਰੂ ਗ੍ਰੰਥ ਸਾਹਿਬ ਜੀ ਦਾ। ਅਸੀਂ ਅੱਜ ਇੱਕ ਗੱਲ ਕਹਿੰਦੇ ਹਾਂ, ਅਕਸਰ ਅਸੀਂ ਪ੍ਰਚਾਰਕਾਂ ਤੋਂ ਵੀ ਸੁਣਦੇ ਹਾਂ, ਗੁਸਤਾਖੀ ਮਾਫ, ਇੱਕ ਦਾਇਰਾ ਅਸੀਂ ਇੱਕ ਪਾਸਾ ਗੱਲ ਦਾ ਕਹਿੰਦੇ ਵੀ ਰੱਬ ਸਾਰੇ ਪਸਰਿਆ ਹੈ ਜੀ। ਤੇ ਕਈਆਂ ਨੇ ਤੇ ਤੁਹਾਨੂੰ ਪਤਾ ਗੱਲ ਹੀ ਖਤਮ ਕਰ ਦਿੱਤੀ। ਉਹ ਕਹਿੰਦੇ ਵੇਖੋ ਜੀ ਰੱਬ ਹੈ ਹੀ ਕੋਈ ਨਹੀਂ, ਵੀ ਕੁਦਰਤੀ ਹੈ ਸਭ ਕੁਝ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਨੇ ਨਾ ਜੀ ਰੱਬ ਨੂੰ, ਪ੍ਰਭੂ ਜੀ ਨੂੰ ਇੱਕ ਨੰਬਰ ਕਿਹਾ, ਉਹਦੇ ਵਿੱਚੋਂ ਕੁਦਰਤ ਪ੍ਰਗਟ ਹੋਈ ਹੈ। ਅਕਸਰ ਹੀ ਰੱਬੀ ਬਚਨ ਤੁਹਾਨੂੰ ਸਭ ਨੂੰ ਕੰਠ ਹੋਣਗੇ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੁਈ ਦਾ ਅਰਥ ਹੈ ਦੂਜੀ, ਦੁਈ ਕੁਦਰਤ ਕਹਿ ਦਿੱਤੀ ਤੇ ਇਹਦਾ ਅਰਥ ਹੈ ਕੁਦਰਤ ਦਾ ਨੰਬਰ ਦੂਜਾ ਹੈ। ਪ੍ਰਭੂ ਉਸ ਦਿਨ ਵੀ ਇਹ ਸਿਆਣੇ ਹੋ ਜਿਹਦੇ ਕੁਦਰਤ ਨਹੀਂ,
4 अरब साल पिछे चले जाओ, कदे पढ़ो तो सही बायो, कदे वेखो तो सही फिजिक्स, कदे वेखो तो सही एस्ट्रोनॉमी जिन्होंने खगोल विज्ञान कहने हो। 4 अरब साल पहला, पंजाबी च कह लो 400 करोड़ साल पहला की सी इत्थे, वेखो साइंस नूं कुछ भी नहीं। हालांकि मैं फिर तुहाडे चरनां च नाल बेनती रखनी, गल आपां रब दी, धर्म दी, गुरु दी करन लगे हैं। जरूरी नहीं कि असीं साइंस नूं कसवट्टी बनाईए। वो गल अपना करन दा केवल संबंध है कि असीं समझ आईए इस गल नूं कि कुदरत सब कुछ नहीं, कादर उहदा करता है। फिर जिहड़ी बेनती कर लगा सुनियो, साडे मन विच भुलेखा है कि केवल कुदरत ते केवल पसारा, जिहदे करके असीं की कहा जी रब सारे थावां ते है। तो गुरु ग्रंथ साहिब कहते कोई शक नहीं, वो सारे थावां ते जल थल महियल पूरिया होया रविया होया परमेश्वर है। सारे थावां ते भाव तिन्हां लोकां च कह लो, सब थावां ते कह लो, कोट ब्रह्मंडां विच कह लो, पर इहदा मतलब ये बिल्कुल नहीं भी उहदा घर कोई नहीं। आ गल सुनियो, असीं क्या जी उहदा कोई घर है? गुरु ग्रंथ साहिब दे अज दे शब्द का आधार साहिब कहंदे उहदा घर है। उहदा घर किहड़ा है? विच संगत हर प्रभ वसै जीओ। ईवन के भाई साहब, भाई गुरदास साहब नूं पुछीए, वो वखरी गल है। बड़ी बार आपां इस बेनती नूं तुहाडे चरनां च रखिआ भी बंदा अपनी मत विच, गुरबाणी विच अपनी मत लपेट के दे रहा है। कई वारी लगदा है वेखो जी गुरबाणी सुनाई जा रही है, हालांकि उहदे विच अपने विचार, अपनी मत, अपनी गल हुंदी ते केवल बाहर तो विखाया जांदा गुरबाणी। गुरु ग्रंथ साहिब ने कहा परमात्मा का घर है सतसंगत। एवें नहीं अज दे शब्द दीआं लास्ट पंक्तियां कहियां कि साध संगत कै बल बल जाई। कित्थों प्राप्त होएगा? सिद्धांत है, वो विसरे ना, उहदे गुण गाए जाण, उहदा सिमरन कीता जाए ते नाल अरदास कीती जाए परमात्मा तो विसरना। भाई गुरदास साहिब नूं पुछीए भी सतसंगत की की वडियाई है, तो भाई गुरदास साहिब कहते प्रभु नूं किसी ने पुछया, बड़े ध्यान नाल सुनियो, भी रब जी तुहानूं मिलना है कि तुहाडा कोई पक्का ठिकाना भी हैगा कि तुसीं सारे थावां ते ही हो? परमात्मा ने कहा, भाई गुरदास साहिब ने कहा जी बंदे आम की गल नहीं, किसी इतिहासकार की किसी आम की गल नहीं, उस गुरमुख रू, उस ब्रह्म ज्ञानी के बोल ने जिन्होंने गुरु अर्जन देव साहिब ने वडियाई दे के अपनी गोद अपने कोल बिठाल के रबी बाणी, पावन बाणी दे लखारी ला के अमृत बाणी दी नूं लिखवाया है। भाई गुरदास जी कहते निज घर मेरो साध संग नारद मुन, दर्शन साध संग मेरो निज रूप है, साध संग मेरो मात पिता ओ कुटुंब सखा, साध संग मेरो सुत श्रेष्ठ अनूप है केवल शब्दी ते संखेप अर्थ। भाई गुरदास साहिब कहते प्रभु जी कहते जे मैनू मिलना है ना, तो मेरा भी एक निजी घर है, वो है सतसंगत। तो जदों असीं सतसंगत विच आ गए, 3 प्रमाण लियो। पहला साहिब गुरु ग्रंथ साहिब जी ने कहा विच संगत हर प्रभ वसै जीओ। भाई गुरदास जी कहते रब जी ने कहा, परमात्मा जी ने कहा कि जे मैनू मिलना तो साध संगत विच आ, ते सत संगत विच जिहड़े शब्द नाल जुड़ जाते हैं, जिहड़े शब्द नाल जुड़ जाते हैं, गल नूं समझिओ, उन्हां विच मैं प्रगट हाँ। तीजा नुकता, भाई साहब भाई गुरदास साहब जी ने पूछिए भी कि गुरु की कोई मूर्त है? असी एक पासा गल करने, फिर भी गुरु की कोई मूर्त नहीं। भाई गुरदास जी कहते गुरु की बड़ी प्यारी मूर्त है। असी कह दिए कित्थे दिखती है? तो भाई साहब भाई गुरदास जी कहते सत संगत विच बह जाई। जदों तू सत संगत विच बह के गुरु शब्द नाल जुड़ गया, तो याद रखी जिहड़ा शब्द नाल जुड़ के बैठेगा, गुरु की मूर्त तो शब्द द्वारा प्रगट कर लवेगा, शब्द विचों प्रगट हो जाएगी। तो भाई साहब भाई गुरदास साहब के बचन तुहानूं चेते होणगे, गुर मूर्त गुर शब्द है, साध संगत विच प्रगटी आया। इसलिए संगत जी सत संगत की इन्नी वडियाई है। तो अज तुहानूं जान बुझ के गल कही जा रही, की फायदा गुरुद्वारे जाण दा, की फायदा ये करन दा? नहीं संगत जी, गुरु के बचनों नूं आपां कमाईए, सतगुरु के बचनों को आधार बनाइए। तो गुरु अर्जन देव साहिब जी अज के पावन शब्द अंदर किरपा करते हैं। सारंग महला 5वां सारंग राग अंदर गुरु अर्जन देव साहिब के अमृत बचन ने, जीवत राम के गुण गाए। इनू जे ग्रैमरी जोमैट्रिकली पक्ष तो वेखोगे तो तत्ते का औंकड़ वो कहता है रुक जा। जीवत जिउंदा कौन है जी?
राम के गुण गाए। फिर सुनियो प्यार नाल, एक जीवन है तन का, एक जीवन है मन का, ते मन अगे आत्मक रूप हो जाता है। अज जिन्ने आप बैठे, जिन्ने आप जी सुन रहे हो, मेरे समेत बहुतियां दा अपना ध्यान तन ते है। तन दे वस्त्र किदां दे पहिने जाण, समझियो तन का जीवन। पर ज्यों जीवन किहड़ा दस्सिया अज दे शब्द अंदर, साहिब गुरु अर्जन देव साहिब कहते जीवन वो जीवन है जिहड़े जीवन विच राम के गुण गाए, जिहड़े जीवन अंदर प्रभु का सिमरन किया जाए, उन्होंने चेते किया जाए, उहदे गुण गाए जाण। अगे बेनती नूं सुणियो, असीं तन दे जीवन ते खड़ गए। तन वेखो चंगी गल है, माड़ी गल नहीं तन फिट रखिया जाए, पर बहुता साडा ख्याल तन ते कपड़े, इत्थों तक कि तन का भोजन। बंदा सौं लग्या भी सोचता सुबह उठ के की खावां तन बीमार ना होवे, उठ के सोचता कदों सौवां ते तन बीमार ना होवे। पर गुरु ग्रंथ साहिब कहते तू भुलेखा खा रहा है, सुनिया जे तू पत्तियां दा ते टहनियां दा ख्याल रख रहा है, तू फल का ख्याल रख रहा भी फल डिगे ना, पत्ते डिगन ना, पत्ते जिहड़े कुमला ना जान, पर तू जड़ नालों ते टुट रहा है। जड़ नालों टुट गया पत्ते किन्नी देर हरे रहणगे, जड़ नालों टुट गया फल किन्नी देर बचे रहणगे। जे तेरा मन प्रभु भजन नालों टुट गया तो गुरु ग्रंथ साहिब कहते तानू किसी ने रोगी होने तो बचाउणा नहीं। माफ़ी मंग के बेनती करा, अज लख यतन बंदा कर रहा, हरेक घर आप जिन्हों कह सकते हैं कि छोटा जिहा एक मैडिकल शॉप बनी हुई, छोटिया छोटिया दुकानों का टाइप हो गया घर दवाइयां का, हरेक घर में मैडिसन। कारण असी तन ते ध्यान दिता है, तो तन के जीवन लई तुसीं वेंदे हो किन्ने किन्ने कैंप लाउंदे ने लोग, हालांकि सिक्खी विच नहीं सी, उत्थे गल सी केवल कसर दी, केवल शरीर दी। ते गुरु ग्रंथ साहिब कहते पर याद रख जीवत राम के गुण गाए, जे प्रभु का सिमरन ना कीता लख यतन कर लई तेरे तन नूं कोई रोगां तो नहीं बचा सकता। इनू तुसीं मैडिकली भी एक्सप्लेन कर सकते हो, खोल सकते हो, समझ सकते हो। तो गुरु ग्रंथ साहिब के बचन तुहानूं चेते होणगे, जै तन बाणी विसर जाए जो पक्का रोगी बिल लाए। एक आधा जीवन तन का जीवन, तो तन की समझ क्योंकि सथूल है। अगली गल, तन दिसदा है ना, तन पंज तत्तां दा सथूल है ना, तो बंदे नूं तन की समझ है, दिसदा है। मन भी नहीं दिसदा, याद रखियो मन भी निराकार है। तो नाल दी नाल याद रखियो प्रभु की जिहड़ी होंद है दृष्टमान होएगी, जिद्दे सूखम होगी सुरत, अजे इन्नी मोटी सुरत है साडी। तो याद रखियो जिहदे करके तन की समझ है, मन की सानू समझ कोई नहीं। तो गुरु ग्रंथ साहिब कहते जिहड़ा जीवन है ना, वो जीवन पता की है, जीवत राम के गुण गाए। ये सिद्धांत है सिक्खी का कि परमात्मा के गुण गा, प्रभु का सिमरन करे जीवन है। दो को प्रमाण लिया जे साहिब कहते जे तो परमात्मा के नाम नाल जुड़ गए हो फिर ये जीवन है। किदां दा जीवन है? सतगुरु के अमृत बचन ने जीवनों मैं जीवन पाया गुरमुख भाए राम। कहते मैं गुरु नूं भा जावां, गुरु शब्द नाल जुड़ जावां, गुरु नूं चंगा लग जावां, परमात्मा के नाम नाल सुरत जुड़ जाए, कहते मेरा जीवन है। तो किते आपां बचन पढ़ने जीवन रूप सिमरन प्रभ तेरा। मालक जी जिहड़ा तेरा सिमरन है, जिहड़ा तेरा चिंतन है, जिहड़ी तेरी याद है, जिहड़ी तेरी इबादत है, ये मेरा जीवन है। हुण पहला पॉइंट है सिद्धांत, पहली पंक्ति जीवत राम के गुण गाए। नाल एक बेनती होर सुनियो, जिहड़े परमात्मा के गुण गा के जिउंदे ने ना जी, उन्हां दा जीवन कुछ वखरा ही हुंदा है। वखरा की हुंदा है? उन्हां दी जिंदगी विच शुक्र है, उन्हां दी जिंदगी विच सबर है। आपां राओ दी पंक्ति दे नाल इस घटना नूं भाई गुरदास साहिब जी नूं पुछांगे कि की जीवन है। पहला सिद्धांत समझ लो, जीवत राम के गुण गाए। हुण की गुण आपे गाए जाणगे? अगली गल अज असीं इस गल ते भी जोर दिता जा रहा है, बंदा ही सब कुछ है, बंदा ही सब कुछ करदा है। देखो मैं अपने कोलों जां क्रिटिसाइड नहीं, बिल्कुल बेनती है गुरु ग्रंथ साहिब जी की बाणी के आधार पर। गुरु ग्रंथ साहिब कहते नहीं भलिया उहदे गुण भी तां गाए जा सकते हैं। देखो अगली पंक्ति विच ही साहिब ने किरपा कर दी, कहते मालक अगे अरदास करके उहदी किरपा मंग। की मंग? करो कृपा गोपाल बिठले
बिसर ना कबही जाए। आप जिया ने सिंह साहिब जिया तो श्रवण किया है कि 550 सालां नूं समर्पित पूरा साल गुरु नानक नाम लेवा सिख संगतां देशां विदेशां अंदर साहिब जी का 550 साला प्रकाश पुरब मना रहे हैं, जिहदे करके गुरबाणी संथਿਆ ਦੀਆਂ ਕਲਾਸਾਂ शुद्ध बाणी पाठ जिन्हों आपां गुरबाणी पाठ बोध समागम भी कहने आ वो हो रहे हैं। तो होर बड़ा चंगा उद्यम है। देखो जिथे कहन वाली गल होए ये उस्तत कोई नहीं है, ये गल है सच्चाई। बहुत घट ध्यान दिता गया। मैं कहना बड़ी चंगी गल है कि होर पासे जिथे असी करने सारा करो। 2 पॉइंट लिया जे विचों कि असी की है करो कृपा क्यों बेनती कर लगा विचों जिथे गुरबाणी पाठ बोध समागम, जिथे होर असी दरख्त पौधे लाउण दी गल करने, उत्थे जिहड़ी ये बच्चियां वाली गल मैं कहना समय की सब तो वड्डी लोड़। जिथे दुनियावी IAS IPS MD MBBS ये बच्चियां विच टैलेंट उन्हां च योग्यता है पर उन्हां कोले धन नहीं है। तो संगत जी असी इहदे लई भी एक यतन करिए। तो एक प्लस बेनती पॉइंट ये भी तुहाडे चरणां च, अज कौम नूं भाषा दे विद्वानां दी बड़ी कमी है। देखो फर्शियन पढ़न वाले उन्हां समयां च बाबा दीप सिंह जी ने, क्योंकि अगले महीने इसे तरीक नूं तुसीं 31 अगस्त भाव गुरु ग्रंथ साहिब जी का पहला प्रकाश पुरब मनाउणा, तो बड़ी बार बेनती की भी 17 भाषावां भाषा तो बोलियां ने गुरु ग्रंथ साहिब, उन्हां चों फारसी अरबी के किन्ने विद्वान ने, 2-4 भी रट्टे लाउण वाले मूल पढ़े नहीं, गुस्ताखी माफ उस पासे भी नाल असीं ध्यान दईए। दुनियावी विद्या बड़ी चंगी गल, इधरों भी बच्चे तैयार करिए, उधरों भी नौजवान कोई इदा अडोप्ट करके तैयार करके वक्रियां वक्रियां भाषा दे तैयार किए जान, जिहड़े देश में जिहड़ी भाषा की मंग उहदे मुताबक। तो वेखियो ये भी 550 सालां नूं समर्पित गुरु रहमत करे। जिहड़ी बेनती कर लगा सा करो हो कृपा, पिछले वार भी बेनती की सी, थोड़ा लम्मा टाइम हो गया इस गल नूं। इत्थे हुण जे ग्रैमर वेखोगे ने व्याकरण वेखोगे तो जिहड़ा भी चरना वाला अखर हुंदा ना, हुण इत्थे चरना चरारा है, ठीक है, इहनूं आपां दुनिया की भाषा च कहने पैर वाला अखर। तो जो पुरातन गुरमुख अज वाला काम नहीं सी हुंदा, सिंह साहब जी बैठे ने पुराने टाइमां च पढ़ना 2-2 4-4 6-6 महीने तो पोथी खुटका साहिब के नेड़े नहीं सी कोई आउण दिंदा। फिर टाइम लगना, फिर पढ़ाउण वाले भावें कोई संस्था कोई संप्रदा ते पढ़ाउण वाले बड़े आपां कहिए माहर, उन्होंने काव का पता, पिंगल का पता, ग्रैमर का पता, वो वक्री गल है भी वो योग्यता मुताबक सिखा देंदे सन, विचली गल भावें ना खुलन। खैर आपां भाषा च कहने पैर वाला अखर, धर्म विच कहंदे ने चरना वाला अखर। हुण इहदी एक मर्यादा है, जिहड़ा चरना वाला अखर हुंदा है ना, लाग मात्र उहदी बन जाती है। जिवें इत्थे कक्के दी सिहारी है, ये व्याकरण मुताबक पहला बाहर तो बेनती कर रहे हैं, ग्रैमर व्याकरण ये रारे दी हो गई तो शब्द हो गया, अर्थ किरपा ही रहणगे तो शब्द हो गया कृपा। और तीजा पॉइंट है चरना वाले अखर नूं तेजी नाल पढ़ीदा, कृपा सिहारी रारे नूं चली गई। इहनूं जे तुसीं धर्म चों समझना होवे ना, ग्रैमर ये गल कहंदी है, व्याकरण ये कहंदा है कि जिहड़ी लग मात्र है वो पैरां वाले दी हुंदी है। तो धर्म ने भी ये गल मान ली है भी लग मात्र है जिहड़ी उच्चारणा वाले अखर दी हुंदी है। पर पता क्यों मन्नी है? यदी एक बहुत वड्डा नुकता है धर्म का, गुरु का, बख्शिश का, कि जिहड़ा गुरु दे चरनी पै जाए ना, भावना नाल अपना आप गुरु नूं सौंप देवे। जो कुछ गुरु कोले है गुरु साहब सारा उन्होंने दे देंदे कि 5 प्यारे साहिबानां नूं दिता नहीं, सब कुछ अपना सौंप दिता। पहले रूप तो लै लो, बाबे लहणे ने अपना आप सौंप दिता ते लहणे धरिओ छत सिर कर सिफती, अमृत पीवदा सब कुछ दे दिता। जोत समानी जोत मह आप आपै सेती मिके होण, कर दिती ना कृपा। जिहड़ा चरनी पै जाए उन्होंने सब कुछ मिल जाता है। तो जिहड़ा अखर चरनी पै गया, जिहड़े अखर दे चरनी पिया, उन्हें कहा जिहड़ा कुछ मेरे कोले वो तेरा हो गया, तां करके लग मात्र चरना वाले दी हो जाती है। इसलिए अरदास है दूजी पंक्ति अंदर, करहो कृपा गोपाल बिठले। हे मालक परमात्मा जी, गो कहिए धरती, पाल कहिए पालन वाला, धरती नूं पालन वाले मालक परमात्मा जी बिठले। बिठुल दे अखरी अर्थ ने सथिर, असथित भाव सदा रहन वाला। असी कदे हाँ कदे नहीं हुंदे। परमात्मा सदीवी है,
ਗੁਰੂ ਗ੍ਰੰਥ ਸਾਹਿਬ ਜੀ ਨੇ 4 ਅਵਸਥਾ ਕਹੀਆਂ ਨਾ ਪਰਮਾਤਮਾ ਦੀਆਂ। ਹਾਲਾਂਕਿ ਤੁਸੀਂ ਦੁਨੀਆ ਦੇ ਧਾਰਮਿਕ ਗ੍ਰੰਥਾਂ ਨੂੰ ਪੜ੍ਹੋਗੇ ਨਾ ਤੇ ਗੁਸਤਾਖੀ ਮਾਫ ਸਾਰਿਆਂ ਨੇ 3 ਮੰਨੀਆਂ ਨੇ। ਕਈ ਵਾਰੀ ਬੇਨਤੀ ਕਰਨਾ, ਤੁਸੀਂ ਟੈਨਸ ਪੜ੍ਹੋਗੇ ਇੰਗਲਿਸ਼ ਦੇ ਤੇ ਆਪਾਂ ਤਿੰਨਾਂ ਦੀ ਗੱਲ ਕਰਦੇ ਹਾਂ, ਪਾਸਟ, ਪ੍ਰੈਜੈਂਟ ਤੇ ਫਿਊਚਰ, ਭੂਤ, ਵਰਤਮਾਨ ਤੇ ਭਵਿੱਖ, 3 ਹੀ ਨੇ ਨਾ। ਪਰ ਬਾਪੂ ਨੇ ਕਿਹਾ ਨਹੀਂ, 4 ਆਦਿ ਸੱਚ, ਜੁਗਾਦਿ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਹਨੂੰ ਕਿਹਾ ਹੈ ਬਿਠਲੇ, ਕਰੋ ਕਿਰਪਾ ਗੋਪਾਲ ਬਿਠਲੇ। ਮਾਲਕ ਜੀ ਤੇਰੇ ਗੁਣ ਗਾਉਣਾ ਮੇਰਾ ਜੀਵਨ ਹੈ, ਪਰ ਇੱਕ ਕਿਰਪਾ ਮੇਰੇ ਤੇ ਕਰੋ, ਬਿਸਰ ਨਾ ਕਬਹੀ ਜਾਏ। ਮੈਨੂੰ ਕਦੇ ਵੀ ਵਿਸਰਿਓ ਨਾ, ਕਦੇ ਵੀ ਮੈਨੂੰ ਆਪਣੇ ਤੋਂ ਤੋੜਿਓ ਨਾ। ਜਦੋਂ ਵਿਸਰ ਜਾਓਗੇ ਫਿਰ ਜੀਵਨ ਨਹੀਂ ਰਹੇਗਾ। ਹੁਣ ਇਹਦੇ ਨਾਲ ਇੱਕ ਪ੍ਰਮਾਣ ਜੋੜਿਓ, ਬਿਸਰ ਨਾ ਕਬਹੀ ਜਾਏ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਮੁਬਾਰਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਅੰਦਰ। ਸਾਹਿਬ ਕਹਿੰਦੇ ਮਾਲਕ ਦੇ ਨਾਮ ਨਾਲੋਂ ਟੁੱਟ ਕੇ, ਬੜੇ ਖਿਆਲ ਨਾਲ ਸੁਣਿਓ, ਜਿਹੜਾ ਜੀਵਨ ਹੁੰਦਾ ਨਾ ਉਹ ਜੀਵਨ ਨਹੀਂ ਹੁੰਦਾ। ਜੀਵਨ ਉਹ ਹੈ ਜਿਹੜਾ ਮਾਲਕ ਦੇ ਨਾਮ ਨਾਲ ਜੁੜ ਕੇ ਜਿਉਇਆ ਜਾਏ, ਉਹ ਹੈ ਅਸਲੀ ਜੀਵਨ, ਆਤਮਿਕ ਜੀਵਨ, ਮਨ ਦਾ ਜੀਵਨ। ਜਿਹੜਾ ਰੱਬ ਦੇ ਨਾਮ ਨਾਲੋਂ ਟੁੱਟ ਕੇ ਜਿਉਇਆ ਜਾਏ, ਪਹਿਲੀ ਗੱਲ ਤੇ ਉਹ ਤਨ ਦਾ ਕੇਵਲ ਜੀਵਨ ਹੋਏਗਾ, ਪਰ ਯਾਦ ਰੱਖਿਓ ਸੁਖੀ ਜੀਵਨ ਫਿਰ ਵੀ ਨਹੀਂ ਹੋਏਗਾ। ਕਿਉਂਕਿ ਬੇਨਤੀ ਕਰ ਜਦੋਂ ਭੁੱਲੇਗਾ ਨਹੀਂ, ਵਿਸਰ ਨਾ ਕਬਹੀ ਜਾਏ। ਇਹਦਾ ਦੂਜਾ ਪੱਖ ਪਹਿਲਾਂ ਸਮਝ ਲਿਓ, ਜੇ ਵਿਸਰ ਜਾਏ ਫਿਰ ਜੀਵਨ ਨਹੀਂ ਰਹਿ ਜਾਂਦਾ। ਕਿਉਂ? ਪੁੱਛੋ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ। ਸਾਹਿਬ ਕਹਿੰਦੇ ਬੈਨ ਸਿਮਰਨ, ਅਰਥ ਕੀ ਹੋ ਗਿਆ? ਬਿਨਾਂ ਪਰਮਾਤਮਾ ਦੇ ਚਿੰਤਨ ਤੋਂ, ਬਿਨਾਂ ਉਹਦੀ ਯਾਦ ਤੋਂ। ਅੱਜ ਫਿਰ ਬੇਨਤੀ ਕਰਾਂ ਆਪ ਜੀ ਦੇ ਚਰਨਾਂ 'ਚ, ਅੱਜ ਜੇ ਮੇਰੇ ਵਰਗੇ ਨੇ 10-20 ਮਿੰਟ ਬਹਿ ਕੇ ਵਾਹਿਗੁਰੂ ਵਾਹਿਗੁਰੂ ਨਾ ਜਪਣਾ ਹੋਵੇ ਨਾ, ਤੇ ਉਹ ਲੋਕਾਂ ਨੂੰ ਸਟੇਜ ਤੇ ਕਹਿੰਦਾ ਵੀ ਮੇਰੀ ਇੱਕ ਪਾਰਟੀ ਤਿਆਰ ਹੋ ਜਾਏ, ਉਹ ਕਹਿੰਦਾ ਵਾਹਿਗੁਰੂ ਵਾਹਿਗੁਰੂ ਨਾ ਕਰਿਆ ਕਰੋ, ਇਹਦਾ ਕਰਨ ਦਾ ਕੋਈ ਫਾਇਦਾ ਨਹੀਂ। ਤੇ ਦਾਵਾ ਕੀ ਕਰਨਾ? ਦਾਵਾ ਇਹ ਕਰਨਾ ਵੀ ਅਸੀਂ ਰਹਿਤ ਮਰਜ਼ਾਦਾ ਤੇ ਪਹਿਰਾ ਦੇਣ ਵਾਲੇ ਹਾਂ। ਤੇ ਸਾਡੀ ਰਹਿਤ ਮਰਜ਼ਾਦਾ ਪੜ੍ਹੋ, ਸਾਧ ਸੰਗਤ ਜੀ, ਐਨ ਸਪੈਸ਼ਲ ਲਿਖਿਆ ਹੋਇਆ, ਐਨ ਲਿਖਿਆ ਹੋਇਆ ਕਿ ਪਹਿਰ ਰਾਤ ਰਹਿੰਦੀ ਗੁਰਸਿੱਖ ਵਾਹਿਗੁਰੂ ਸ਼ਬਦ ਦਾ ਧਿਆਨ ਧਰੇ। ਉਹ ਕਿਉਂ ਲਿਖਿਆ? ਫਿਰ ਮੰਨ ਰਹੇ ਅਸੀਂ। ਗੁਰਬਾਣੀ ਨੇ ਕਿਹਾ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਉਹ ਮਨ ਤਨ ਤਰਪੀਐ। ਠੀਕ ਹੈ, ਗੁਰਬਾਣੀ ਵੀ ਗਾ, ਤੇ ਜੇ 10-20 ਮਿੰਟ ਟਾਈਮ ਹੈ, ਮੰਨ ਲੈ ਤੈਨੂੰ ਸ਼ਬਦ ਕੋਈ ਕੰਠ ਨਹੀਂ, ਤੇ ਤੂੰ ਕੀ ਕਰੇਗਾ? ਮੈਂ ਇੱਕ ਨੁਕਤਾ ਫਿਰ ਤੁਹਾਡੇ ਸਾਹਮਣੇ ਰੱਖਾਂ, ਬਿਸਰ ਨਾ ਕਬਹੀ ਜਾਏ। ਸਿਆਣੇ ਬੈਠੇ ਹੋ, ਸਿਆਣੀ ਉਮਰ ਦੇ ਬਜ਼ੁਰਗ ਸੁਣਦੇ ਹੋ, ਇੱਥੇ ਬੈਠੇ ਆ ਘਰਾਂ 'ਚ। ਥੋੜ੍ਹਾ ਜਿਹਾ ਅੱਜ ਤੋਂ 30 ਤੋਂ 50 ਸਾਲ ਪਿੱਛੇ ਜਾਓ, ਤੇ ਜਦੋਂ 5 ਪਿਆਰੇ ਸਾਹਿਬਾਨ ਖੰਡੇ ਬਾਟੇ ਦੀ ਪਹੁਲ, ਖੰਡੇ ਬਾਟੇ ਦਾ ਅੰਮ੍ਰਿਤ ਦਿੰਦੇ ਨੇ ਨਾ, ਤੇ ਉਹ ਇੱਕ ਗੱਲ ਕਹਿੰਦੇ ਸੀ, ਬਾਣੀ ਪੜ੍ਹਨ ਜਾਣਦਾ? ਸੁਣਿਓ। ਤੇ ਸਾਹਮਣੇ ਵਾਲਾ ਕਹਿੰਦਾ ਜੀ ਨਹੀਂ, ਮੈਂ ਪੜ੍ਹਨ ਨਹੀਂ ਜਾਣਦਾ। ਸੁਣ ਸਕਦਾ? ਅੱਜ ਵਾਲਾ ਤੇ ਟਾਈਮ ਨਹੀਂ ਸੀ, ਕੋਈ ਫੋਨ ਨਹੀਂ, ਕੋਈ ਅੱਜ ਵਾਂਗੂ ਛੋਟੀਆਂ ਟੇਪ ਰਿਕਾਰਡਾਂ ਨਹੀਂ, ਕੁਝ ਨਹੀਂ ਸੀ ਨਾ, ਕੋਈ ਟੀਵੀ ਵੀ ਨਹੀਂ ਬਹੁਤੇ। ਉਹਨੇ ਕਿਹਾ ਸੁਣ ਸਕਦਾ? ਕਹਿੰਦੇ ਨਹੀਂ ਸੁਣ ਸਕਦਾ। ਤੀਜੀ ਵਾਰੀ ਕਿਹਾ ਵੀ ਗੁਰਦੁਆਰਾ ਸਾਹਿਬ ਜਾ ਕੇ ਸੁਣ ਸਕਦਾ? ਕਹਿੰਦੇ ਨਹੀਂ ਸੁਣ ਸਕਦਾ, ਕਿਉਂਕਿ ਗੋਡੇ ਜਵਾਬ ਦਿੰਦੇ ਨੇ ਜਾਂ ਘਰ ਦੂਰ ਹੈ। ਉਹਨਾਂ ਨੇ ਕਿਹਾ ਫਿਰ ਇੱਕ ਕੰਮ ਕਰੀ, ਜੇ ਗੁਰਬਾਣੀ ਪੜ੍ਹ ਵੀ ਨਹੀਂ ਸਕਦਾ, ਭਾਵ ਜੇ 5 ਬਾਣੀਆਂ ਦਾ ਨਿਤਨੇਮ ਨਹੀਂ ਕਰ ਸਕਦਾ, ਤੁਸੀਂ ਵੇਖ ਸਕਦੇ ਹੋ ਪੁਰਾਤਨ ਸਮੇਂ ਜਾ ਕੇ, ਤੇ ਫਿਰ ਕੀ ਹੈ? ਫਿਰ ਤੂੰ ਬਾਣੀ ਸੁਣ ਵੀ ਨਹੀਂ ਸਕਦਾ, ਤੇ ਫਿਰ ਘੱਟੋ ਘੱਟ ਇੰਨਾ ਟਾਈਮ ਬਹਿ ਕੇ ਵਾਹਿਗੁਰੂ ਵਾਹਿਗੁਰੂ ਜ਼ਰੂਰ ਜਪੇ। ਫਿਰ ਕਿੱਧਰ ਚਲੇ ਗਏ ਅੱਜ ਅਸੀਂ? ਇਸ ਲਈ ਯਾਦ ਕਾਹਦੇ ਨਾਲ ਕਰਾਂਗੇ? ਇਹਦਾ ਇੱਕ ਪ੍ਰਮਾਣ ਲਿਓ, ਬਿਸਰ ਨਾ ਕਬਹੀ ਜਾਏ। ਪਹਿਲਾ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਬਦ ਨੂੰ ਸਮਝਿਓ, ਬੈਨ ਸਿਮਰਨ ਜੋ ਜੀਵਨ। ਸਤਿਗੁਰੂ ਕਹਿੰਦੇ ਜਿਹੜਾ ਰੱਬ ਦੀ ਯਾਦ ਤੋਂ ਬਿਨਾਂ ਜੀਵਨ ਹੈ ਨਾ, ਇਹ ਜੀਵਨ ਨਹੀਂ ਹੈ। ਜੀਵਨ ਕਿਹੜਾ? ਫਿਰ ਸੁਣਿਓ, ਜੀਵਤ ਰਾਮ ਕੇ ਗੁਣ ਗਾਏ। ਜਿਹੜਾ ਨਾਮ ਤੋਂ ਬਿਨਾਂ ਜੀਵਨ ਹੈ, ਬੈਨ ਸਿਮਰਨ ਜੋ ਜੀਵਨ, ਉਹ ਕਿਹੜਾ ਜੀਵਨ ਹੈ? ਸਾਹਿਬ ਕਹਿੰਦੇ ਬਲਣਾ। ਬਲਣਾ ਕਿਹਨੂੰ ਕਹਿੰਦੇ ਆ ਜੀ? ਬਲਣਾ ਜੀਵਨ ਕੀ ਹੈ? ਮਕੈਨੀਕਲ ਲਾਈਫ। ਇੱਕ ਪ੍ਰਮਾਣ ਵੇਖੋ, ਬੰਦਾ ਕਹਿੰਦਾ ਮੈਂ ਬਹੁਤ ਕੁਝ ਕਰਦਾ, ਤੇ ਕਈ ਵਾਰੀ ਤੁਹਾਡੇ ਚਰਨਾਂ 'ਚ ਬੇਨਤੀ ਰੱਖੀ ਦੀ ਹੈ, ਬੰਦੇ ਨਾਲੋਂ ਤੇਜ਼ ਦੌੜਦੀਆਂ ਗੱਡੀਆਂ ਉਹ ਜਿਉਂਦੀਆਂ। ਗੱਡੀ ਵਿੱਚ ਆਪਾਂ ਪੈਟਰੋਲ, ਡੀਜ਼ਲ, ਇੰਧਨ ਕੋਈ ਪਾਉਣੇ, ਫਿਊਲ ਪਾਉਣੇ, ਤੇ ਉਹ ਧੂਏਂ ਦੇ ਰੂਪ 'ਚ ਬਾਹਰ ਨਿਕਲਦਾ, ਤੇ ਮੁਗਲੈਲ ਵਗੈਰਾ ਪਾਉਣੇ ਆ, ਤੇ ਯਾਦ ਰੱਖੋ ਕਾਲੇ ਤੇਲ ਦੇ ਰੂਪ 'ਚ ਬਾਹਰ ਨਿਕਲਦਾ। ਗੁਸਤਾਖੀ ਮਾਫ, ਗੱਡੀਆਂ ਦਾ ਜੀਵਨ ਵੀ ਬਾਲਣ ਦੀ ਕਿਰਿਆ। ਤੇ ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ, ਤੇਰੀ ਵੀ ਇੱਕ ਗੱਡੀ ਹੈ, ਉਹਨਾਂ ਵਿੱਚ ਯਾਦ ਰੱਖ ਪੈਟਰੋਲ, ਫਿਊਲ, ਇੰਧਨ ਮੱਚਦਾ, ਤੇਰੇ 'ਚ ਰੋਟੀ ਪਾਣੀ ਮੱਚੀ ਜਾਂਦਾ। ਫਰਕ ਕੀ ਹੋਇਆ? ਫਰਕ ਤੇ ਕੋਈ ਨਾ ਹੋਇਆ। ਬੈਨ ਸਿਮਰਨ ਗੁਰਬਾਣੀ ਦੇ ਸ਼ਬਦ ਨੇ।
बिन सिमरन जो जीवन, परमात्मा की याद तो बिना जिहड़ा जीवन है वो की है, बलना। वो एक मकैनिकल लाइफ है। तेरे नालों तेज गड्डियां दौड़दियां, तू काहदा मान करदा, तेरे नालों तेज हरेक चीज़ सुंदर भी है, मिठा बोलन वालियां कोयलां भी ने, फिर मान काहदा। बिन सिमरन जो जीवन बलना। ते अगला प्रमाण पता किहड़ा जी, बिसर ना कभी ही जाए। ये बेनती करिए जीवन सानू असली जीवन की जाच आ जाए। तो साहब ने कहा सर्प जैसे अरजारी, कहते जिमें सप के अंदर सुनियो जो जहर वधदी है ना, तो तुसी जानते हो पत्थरां ते भी डंक मारदा है। इतिहास कहता जां आयुर्वैदिक कहता उस पत्थर के मारे हुए डंग का सांखिया बनता, तो सांखिया के किन्ने तरह की दवाई बनती है। पत्थर ते डंग मारिया, फिर देखो तुसी वो चंदन नूं लिपटे रहिंदे ने सप, सर्प जैसे अरजारी। जदों सप दे अंदर जहर चढ़दी तो मचदा है। तो गुरु ग्रंथ साहिब कहते जे रब का नाम नहीं ना, गुस्ताखी की माफ़ी। जदों तैनूं ईरखा की द्वैश की जहर चढ़ती है, तू कर ते कुछ नहीं सकता, तू भी सप वांगू केवल क्रुजदा है। सर्प जैसे अरजारी। ते तीजा नुकता सुनियो गुरु अर्जन देव साहिब का। साहब कहते ऐसा बंदा जिहदे कोले रब का नाम नहीं, जीवत राम के गुण गाए, करहो कृपा गोपाल बीठोले, बिसरना कभी ही जाए। जे रब की याद उहदा सिमरन ही ना, तो साहब कहते एक गल याद रखी, सारी दुनिया का राजा हो जाए। अज तक सारी दुनिया का राजा नहीं कोई होया। सिकंदर ने यतन किया सी, अद्धी तो कुछ को वध दुनिया जित्ती ते चला गया। पर गुरु ग्रंथ साहिब कहते सारी दुनिया का राजा भी हो जाए, नव खंडन को राज कमावे, पर की होएगा जी, अंत चलेगो हारी, अंतले टाइम हार के चला जाएगा। इसलिए बेनती कर मालक परमात्मा जी मेरे ते रहमत करो, बिसर ना कभी ही जाए, मैनू विसरियो ना। ये अरदास का सिद्धांत है। मालक परमात्मा के गुण गाने ये जीवन है। तो जीवन जिउंदियां जिउंदियां संगत जी मालक अगे नाल बेनती करते रहना। एक तुहाडे चरनां च होर नाल बेनती नुकते नूं सुनियो। वेखो भावें आपां दरबार साहिब अंदर बैठे हो, किते होर कमरे च बैठे हो, उदाहरण है अज दे समय ते रुत दी, इस गल नूं भी लिया जे सियाणे विद्वान। उदाहरण जिहड़ा प्रमाण हुंदा ना, जदों गल हो रही होवे, वो बिल्कुल समय की ते हालात की दोवां गल्लां नूं ध्यान च रख के हुंदी है गल। उक्ति ते जुगती जिहड़ी हुंदी है वो समय ते स्थान ते हालातां मुताबक हुंदी। हुण AC चल रहा है, मान लो बिसर ना कभी ही जाए, तो AC की कूलिंग का उहदी ठंडक का आपां आनंद लै रहे हैं। बाहर गर्मी है, सुनियो बाहर तपश है, पर आपां एक आम शीतलता में बैठे हैं। क्यों? क्योंकि जिहड़ा ये एयर कंडीशन है, ये जिहड़ा AC है, ये अपने धुरे नाल जुड़िया होया, लाइट आ रही है तो आपां नूं शीतलता दे रहा है। AC यही होवे, ये अपने धुरे नालों टुट जाए कि फिर भी शीतलता देगा? बिल्कुल नहीं। इदां ही बाहर दुनिया ते तपश है। आपां रब्बी बाणी च पढ़ने आ, आतिश दुनिया, दुनिया विच अग है, आतिश है, बलदी पई है। ते पर की खुनक नाम खुदाया, परमात्मा दा नाम, खुदा दा नाम शीतलता देने वाला है। चंदन चंद न सरद रुत मूल न मिटई घाम, शीतल थीवै नानका जा पंदड़ो हर नाम। असी कहांगे वेखो AC का कनैक्शन कटिया गया, ये भी अंदरों तपश हो जाएगी, शीतलता नहीं देवेगा। तो असी हुण रब दे नाम की शीतलता लैनी है। तुहाडे चरनां 'च फिर बेनती रखदा जी, ये किद्दां लवांगे? ये शब्द नाल जुड़ के तो लै सकते हैं। एक शब्द ही तो है, एक गुरबाणी नाम ही तो है, जिहड़ा सानू परमात्मा नाल अपने धुरे तक जोड़ के रखदा है। इसलिए अरदास करते रहना चाहिए। तो अरदास करेगा भी कौन? ये भी बेनती सुन लियो। असी अज इत्थे आके भी ये गल कहिंदे, साडे लोग जिहड़े कहिंदे उन्हां लई बेनती है, शायद समझ आ जाए गुरु ग्रंथ साहिब के बचनों की। पहली गल तो गुरबाणी अथाह समुंदर है। कदे कोई कहण वाला दावा ना करे मैं लास्ट अर्थ कह देते, भी जिहड़ी गल कह दी अखीरली है, ये तो साहिब मेरा नीत नवा सदा सदा दा तार है। समुंदर है, रोज़ कुछ नवा लभदा है। पर फिर भी एक बेनती तुहाडे चरनां 'च कि अरदास करेगा कौन? देखो एक पहला उदाहरण समझ लो। अपने घर किसी चीज़ की कमी है, जां अपना कोई परिवार का मैंबर विछड़ जाता है, तो विछड़े हुए नूं प्राप्त करने लई अपने कोले साधन घट होण,
ਜਾਂ ਆਪਾਂ ਨੂੰ ਪਤਾ ਹੀ ਨਾ ਹੋਵੇ ਉਹ ਕਿੱਥੇ ਹੈ, ਤੇ ਆਪਾਂ ਫਿਰ ਇੱਕ ਗੱਲ ਕਰਦੇ ਹਾਂ, ਆਪਾਂ परमात्मा ਨੂੰ ਚੇਤੇ ਕਰਦੇ ਹਾਂ, परमात्मा ਅੱਗੇ ਦੁਆ ਕਰਦੇ ਉਹ ਮਿਲ ਜਾਏ। ਇਸੇ ਤਰੀਕੇ ਨਾਲ ਜਿਹਦੇ ਕੋਲੇ ਜੀਵਨ ਨਹੀਂ ਪਰ ਜਿਹਨੂੰ ਪਤਾ ਲੱਗ ਗਿਆ ਕਿ ਜੀਵਨ परमात्मा ਦਾ ਨਾਮ ਹੈ, ਅਰਦਾਸ ਵੀ ਉਹੀ ਕਰੇਗਾ। ਜਿਹਨੂੰ ਅਜੇ ਨਾਮ ਦੀ ਕੀਮਤ ਹੀ ਨਹੀਂ ਪਤਾ, ਜਿਹਨੂੰ ਉਹਦੀ ਇਬਾਦਤ ਦਾ ਸੁੱਖ ਹੀ ਨਹੀਂ ਪਤਾ, ਉਹ ਅਰਦਾਸ ਕਿਵੇਂ ਕਰੇਗਾ? ਉਹ ਤੇ ਕਹੇਗਾ ਜੀ ਅਰਦਾਸ ਨਾਲ ਕੀ ਹੋ ਜਾਂਦਾ ਹੈ। ਹਾਲਾਂਕਿ ਥੋੜੀ ਜੀ ਬੇਨਤੀ ਪਿੱਛੇ ਤੋਂ ਸੁਣ ਲਿਓ, ਅਰਦਾਸ ਕਰੀਏ ਕਿਹੜੀ ਬਿਸਰ ਨਾ ਕਦੇ ਹੁਣ ਜਾਏ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਰਦੇ ਨੇ ਨਾ ਜੀ ਕਰਤਾਰਪੁਰ ਸਾਹਿਬ ਤੋਂ ਪਹਿਲਾਂ ਤਲਵੰਡੀ ਦੀ ਧਰਤੀ ਤੋਂ, ਤੇ ਰਾਏ ਬੁਲਾਰ ਨੇ ਕਿਹਾ ਸੀ ਨਾ ਮੇਰੇ ਲਈ ਕੋਈ ਹੁਕਮ, ਤੇ ਸਾਹਿਤ ਇਤਿਹਾਸ ਭਰਿਆ। ਗੁਰੂ ਸਾਹਿਬ ਨੇ ਕਿਹਾ ਸੀ ਰਾਏ ਬੁਲਾਰ ਜਦੋਂ ਆਪਣਾ ਬਲ ਹਾਰ ਜਾਏ ਉਦੋਂ ਅਰਦਾਸ ਕਰੀ। क्यों? क्योंकि अरदास निकलेगी उदे जिदे अपना बल हार जाएगा। जिन्नी देर बंदा मनदा मैं कुछ करदा उन्नी देर थोड़ी अरदास करदा। जदों इनू पता लग जाए कि जो होवा होवत सो जानै प्रभ अपने का हुक्म पछानै, ते जिन्नी देर गुरु ग्रंथ साहिब कहंदे करता बनदा उन्नी देर ते कहंदा मैं बहुत कुछ करदा। इसलिए बिसर ना कभी जाए, मालक जी कदे विसरियो ना रहाओ। ठहराओ दे के साहिब गुरु अर्जन देव साहिब किरपा करते हैं। हुण जिन्हां दे अंदरों ये अरदास निकली, जिन्हां दा जीवन बन गया उहदा सिमरन, उन्हां दी फिर अवस्था बन जाती है किहड़ी? मन तन धन सब तुमरा स्वामी आन ना दूजी जाए। ये मालक परमात्मा जी, ये मन की ये तन की ये धन की ये सारा तेरा ही तो है। आन ना दूजी जाए, होर दूजा तो इत्थों बिना कोई है ही नहीं, ते मैनू तेरे बिना किसी दी ओट नहीं। हुण अगली अरदास किहड़ी करनी है कि मालक परमात्मा जी किस ही कोई कोय सुनियो, किस ही कोई कोय मंझ निमाणी एक तू, क्यों ना मरीजा रोए जा लग, चित ना आवे ही बिसर ना कभी ही जाए। ते जिने कह दिता अरदास कर दी, ते जिन्हों समझ गुरु ने दे दी, वो कहता मन तन धन सब तुमरा स्वामी, ये सब कुछ तेरा ही तो है। एक नुकता इत्थे भी समझियो संगत जी बड़े प्यार नाल। पहली गल तो गुरु ग्रंथ साहिब के बचन सानू समझ आ जान, ये लिए एक गल समझियो। गुरु ग्रंथ साहिब जी के बचन जो समझोगे ना, तो साहिब कहते सारा कुछ उहदा तां कीता है। समा इतना मैं 3 को नुकते तुहाडे नाल साझे कर पाउणे है। पहली गल तो वेखो सृष्टि किहने बनाई है, तो आप बचन पढ़ लै भावें वो तरीकों के संबंध च ने कि जा करता सृष्टि को साजे आपे जाने सोई। वो सृष्टि नूं साजन वाला जानदा है। पर इत्थे मैं 2 क बेनतियां तुहाडे चरनां च तां करना, ते फिर बेनती करदा आप जी दे चरनां च कि ये मकसद नहीं है भी आपां गुरबाणी नूं साइंस द्वारा समझना। आपां ये यतन करना भी वेखो साइंस का अर्थ हुंदा है होश जां समझ जां विग्यान, ये तिन्ने अर्थ ने इहदे समझ आ जानी। तो एक बेनती मैं तुहाडे चरनां च रखदा तां करनी पैंदी अज दे समय नाल। वेखो जदों कोई धर्म ते, जदों कोई गुरु ग्रंथ साहिब ते, जदों कोई साडे इतिहासक स्थानां ते, जदों कोई साडे सिद्धांतां ते, जदों कोई साडी मर्यादा ते उंगल चुकेगा, तो फिर उंगल चुकण वाले नूं उहदे बोलां नाल जवाब देना पएगा ना। तो अज बहुत यतन किया जा रहा है। वेखो उस तरीके नाल मैं स्पष्ट तुहानूं बेनती करना, खास करके सिੱਖੀ दे विहड़े च गुस्ताखी माफ चंगियां रीतां दी गल वखरी है, नहीं तो कम्यूनिज्म कामयाब नहीं सी होया। कम्यूनिज्म जिहड़ा ना वो सिੱਖੀ दे विहड़े ने नहीं पनपन दिता, क्योंकि सिੱਖੀ पहलां ही बड़ा उच्चा सिद्धांत है। पर अज एक यतन किया गया तुहाडे वर्गा बाणा पवा के, तुहाडे वर्गे ककार पवा के, ईवन के गुरुद्वारियां दियां गुरु घरां दियां स्टेजां मल के गुरु ग्रंथ साहिब तो इतिहासक स्थानां तो, जिन्हों गुरु ग्रंथ साहिब ने कहा ना कि डिठै सभे थाव नहीं तुद जिहिया बदहो पुरख विधाते तातू सोहिया, उहदे लई भी कहा जा रहा भी ये की है। तो साध संगत जी जिहड़ी बेनती करन लगा इस गल की प्रथाए कि मन तन धन सब तुमरा स्वामी आन ना दूजी जाए। एक नुकता सुनियो, जे अज असीं साइंस 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 करते हैं ना वार वार, 2 ही बेनतियां ने तुहाडे चरनां 'च कोई सवाल नहीं है। तो खास करके उन्हां सज्जनां नूं समझ आ जाए साइंस है केवल समझ। तो मैं 2 बेनती तुहानूं करना। वेखो साइंस नूं समझ आई किद्दां तेल तो बाद अज वेखो खास करके इस शहर में बंदा कहंदा जी गड्डी गैस से चलती है,
ਗੱਡੀ ਉਹ CNG ਤੇ ਚੱਲਦੀ ਹੈ, ਹਵਾ ਤੇ ਚੱਲਣ ਵਾਲੀ ਗੱਡੀ ਹੋ ਗਈ, ਪਾਣੀ ਤੇ ਚੱਲਣ ਵਾਲੀ ਗੱਡੀ ਆ ਜਾਏਗੀ। ਇਹ ਬੜੇ ਦਾਅਵੇ ਕੀਤੇ ਜਾ ਰਹੇ ਨੇ ਤੇ ਅਸੀਂ ਸਾਇੰਸ ਤੋਂ ਹੀ ਨਹੀਂ ਹੋਣ ਕਰਕੇ ਨਾ ਜੀ ਧਾਰਮਿਕ ਲੋਕ ਤੇ ਅਸੀਂ ਨੀਵੀਂ ਪਾ ਲੈਨੇ ਵੀ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ। ਇਹ ਤਰੱਕੀ ਨਹੀਂ ਹੈ, ਬੜੇ ਧਿਆਨ ਨਾਲ ਸੁਣ ਲੈਣਾ ਬੇਨਤੀ ਨੂੰ। ਇਹ ਸਮਝ ਹੈ ਕੇਵਲ ਰੱਬ ਦੀ, ਉਹਦੀ ਬਣਾਈ ਖੇਡ ਦੀ। ਕਿਉਂ? ਮੈਂ ਕਈ ਵਾਰੀ ਬੇਨਤੀ ਕਰਨਾ ਸੁਣਿਆਂ ਦੇ ਪਿਆਰ ਨਾਲ, ਰੱਬ ਦੀਆਂ ਬਣਾਈਆਂ ਗੱਡੀਆਂ ਤੇ ਪਹਿਲਾਂ ਹੀ ਹਵਾ ਤੇ ਪਾਣੀ ਤੇ ਚੱਲਦੀਆਂ ਨੇ। ਇਹ ਸਰੀਰ ਕੀ ਹੈ? ਇਹ ਰੱਬ ਦੀ ਬਣਾਈ ਗੱਡੀ ਨਹੀਂ ਤੇ ਕੀ ਇਹ ਹਵਾ ਤੇ ਨਹੀਂ ਚੱਲਦੀ? ਤੇ ਬਾਬਾ ਫਰੀਦ ਸਾਹਿਬ ਕਹਿੰਦੇ ਕੀ ਇਹ ਪਾਣੀ ਤੇ ਨਹੀਂ ਚੱਲਦੀ? 3.5 ਮਣ ਦੇਹੋਰੀ ਚੱਲੈ ਪਾਣੀ ਹਨ। ਆਉਣ ਵਾਲੇ ਸਮੇਂ 'ਚ ਪਾਣੀ ਨੂੰ ਤੋੜਿਆ ਜਾਏਗਾ, H2O ਦੇ ਹਿੱਸੇ ਕੀਤੇ ਜਾਣਗੇ, ਉਹਦੇ 'ਚੋਂ ਭਾਪ ਬਣਾ ਕੇ ਉਹਦੇ ਨਾਲ ਗੱਡੀ ਚਲਾ ਦਿੱਤੀ ਜਾਂਦੀ। ਤੇ ਅੱਜ ਵੀ ਭਾਪ ਨਾਲ ਕਿੰਨਾ ਕੁਝ ਚੱਲਦਾ। ਭਾਵ ਕੀ ਹੈ ਵੀ ਇਹਦਾ ਮਕਸਦ ਇਹ ਨਹੀਂ ਵੀ ਇਹ ਰੱਬ ਨਾਲੋਂ ਅੱਗੇ ਗੱਲ ਹੋ ਗਈ। ਰੱਬ ਜੀ ਨੇ ਤਾਂ ਸਾਰੀਆਂ ਖੇਡਾਂ ਪਹਿਲਾਂ ਬਣਾਈਆਂ ਹੋਈਆਂ ਨੇ। ਮੈਂ 2 ਕੁ ਨੁਕਤੇ ਹੋਰ ਰੱਖਣੇ ਆ। ਇਹ ਉਹ ਗੱਲ ਕਹਿੰਦੇ ਨੇ ਮਨ ਤਨ ਧਨ ਸਭ ਤੁਮਰਾ ਸੁਆਮੀ। 2 ਨੁਕਤੇ ਹੋਰ ਲਿਆ ਜੀ, ਇੱਕ ਜਾਨਵਰਾਂ ਦੀ ਦੁਨੀਆ 'ਚ, ਇੱਕ ਦਰਖਤਾਂ ਦੀ ਦੁਨੀਆ 'ਚ। ਫਿਰ ਬੇਨਤੀ ਸੁਣੀ ਉਹਨਾਂ ਸੱਜਣਾ ਲਈ ਹੈ ਕਿ ਰੱਬ ਕਿਸੇ ਦੇ ਨਿਯਮ ਵਿੱਚ ਬੱਝਿਆ ਹੋਇਆ ਨਹੀਂ। ਯਾਦ ਰੱਖਿਓ ਜੇ ਸੰਗਤ ਜੀ, ਉਹ ਆਪਣੀ ਖੇਡ ਜਦੋਂ ਮਰਜ਼ੀ ਬਦਲ ਲੈਂਦਾ ਹੈ, ਉਹਦੀ ਮਰਜ਼ੀ ਹੈ। 2 ਗੱਲਾਂ, ਇੱਕ ਤੇ ਬਹੁਤ ਵਾਰੀ ਬੇਨਤੀ ਕੀਤੀ, ਜਿਵੇਂ ਤੁਸੀਂ ਇਹ ਪ੍ਰਮਾਣ ਤਾਂ ਨੇ ਸਾਡੀ ਬੁੱਧੀ ਮਾਈਂਡ ਕਨਵਿੰਸ ਹੋ ਜਾਏ, ਭਰੋਸਾ ਬਣ ਜਾਏ, ਵਿਸ਼ਵਾਸ ਆ ਜਾਏ ਗੁਰੂ ਤੇ। ਇੱਕ ਬੇਨਤੀ ਇਹ ਹੈ, ਜਿਹਨੂੰ ਤੁਸੀਂ ਚਾਮ ਚੜਕ ਕਹਿੰਦੇ ਹੋ, ਪੜ੍ਹ ਕੇ ਵੇਖਿਓ, ਉਹਦੀਆਂ ਅੱਖਾਂ ਦੀ ਰੋਸ਼ਨੀ ਕੋਈ ਨਹੀਂ ਹੁੰਦੀ, ਉਹ ਅੱਖਾਂ ਨਾਲ ਨਹੀਂ ਚੱਲਦੀ। ਤੇ ਬੰਦਾ ਅਜਮਾਨ ਕਰਦਾ ਜੀ, ਬੰਦੇ ਨੇ ਸਪੇਸ ਸੈਟਲ ਬਣਾ ਦਿੱਤੇ ਨੇ, ਆਟੋ ਪਲੇਨ ਬਣਾ ਦਿੱਤੇ, ਇਹਨੇ ਇਹ ਗੱਡੀਆਂ ਬਣਾਤੀਆਂ ਜਿਹਨੂੰ ਡਰਾਈਵਰ ਦੀ ਕੋਈ ਲੋੜ ਨਹੀਂ। ਤੇ ਰੱਬ ਜੀ ਨੇ ਤੇ ਉਹ ਚਾਮ ਚੜਕ ਅਰਬਾਂ ਲੱਖਾਂ ਸਾਲਾਂ ਪਹਿਲਾਂ ਦੀ ਪੈਦਾ ਕੀਤੀ, ਉਹਦੇ ਤੇ ਅੱਖਾਂ ਹੀ ਕੋਈ ਨਹੀਂ, ਉਹਦੇ ਤੇ ਰੌਸ਼ਨੀ ਕੋਈ ਨਹੀਂ, ਉਹ ਸਿਗਨਲ ਨਾਲ ਚੱਲਦੀ ਹੈ। ਯਾਦ ਰੱਖਿਓ, ਦਰਵਾਜ਼ਾ ਬੰਦ ਕਰ ਦਿਓ ਤੇ ਅੰਦਰ ਚਾਮ ਚੜਕ ਹੋਏ, ਅੰਦਰ ਘੁੰਮਦੀ ਰਹੇਗੀ। ਉਹ ਜਿਸ ਪਾਸਿਓਂ ਦਰਵਾਜ਼ਾ ਖੋਲੋਗੇ ਬਾਹਰ ਨਿਕਲ ਜਾਏਗੀ, ਉਹਨੂੰ ਅੱਖਾਂ ਤੋਂ ਕੋਈ ਨਹੀਂ ਦਿਖਦਾ। ਉਹ ਸਿਗਨਲ ਪਕੜਦੀ ਹੈ, ਜਿੱਧਰ ਉਹਨੂੰ ਸਿਗਨਲ ਉਹਦੇ ਅੱਗੇ ਚੱਲਦਾ ਉਹਨੂੰ ਸਿਗਨਲ ਦੱਸ ਰਿਹਾ। ਹੁਣ ਉਹਨੂੰ ਸਿਗਨਲ ਕਿਹਨੇ ਬਣਾ ਕੇ ਦਿੱਤਾ ਹੈ? ਜੇ ਦਰਖਤਾਂ ਦੀ ਦੁਨੀਆ ਦਾ ਨਿਯਮ ਵੇਖਣਾ, ਮੈਂ ਇੱਕ ਬੇਨਤੀ ਕੀਤੀ ਕੇਵਲ ਵੀ ਆ ਸਮਝ ਆ ਜਾਏ ਸਾਨੂੰ, ਮਨ ਤਨ ਧਨ ਸਭ ਤੁਮਰਾ ਸੁਆਮੀ, ਆਨ ਨਾ ਦੂਜੀ ਜਾਏ। ਕਿਹੜੀ ਹੋਰ ਦੂਜੀ ਓਟ ਤੱਕਾਂ ਤੂੰ ਬੜਾ ਸਮਰੱਥ ਹੈ। ਦਰਖਤਾਂ ਦੀ ਦੁਨੀਆ 'ਚ ਵੇਖੋ ਕਿੰਨਾ ਰੌਲਾ ਪਾਇਆ ਜਾ ਰਿਹਾ। ਪਿੱਪਲ ਹੈ, ਸਾਰੇ ਦਰਖਤ ਧਰਤੀ 'ਚੋਂ ਪਾਣੀ ਲੈਂਦੇ ਨੇ, ਤੇ ਜਦੋਂ ਪਿੱਪਲ ਬੜਾ ਹੁੰਦਾ, ਪਿੱਪਲ ਦੇ ਪੱਤੇ ਬਾਹਰ ਤੋਂ ਪਾਣੀ ਲੈ ਕੇ ਜੜ੍ਹਾਂ ਨੂੰ ਦਿੰਦੇ ਨੇ, ਕਿਉਂਕਿ ਉਹ 24 ਘੰਟੇ ਨਮੀ 'ਚੋਂ ਪਾਣੀ ਸੋਖਦੇ ਹੈ। ਹੁਣ ਰੱਬ ਨੇ ਖੇਡ ਬਣਾਈ ਹੈ, ਦਰਖਤ ਜੜ੍ਹਾਂ ਤੋਂ ਪਾਣੀ ਲੈਂਦਾ, ਉਹਦੀ ਖੇਡ ਬਣਾ ਦਿੱਤੀ, ਹਵਾ 'ਚੋਂ ਲੈਂਦਾ। ਇਸ ਲਈ ਬੇਨਤੀ ਕੇਵਲ ਇੰਨੀ ਹੈ, ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ। ਇਹ ਵੱਖਰੀ ਗੱਲ ਹੈ ਵੀ ਸਾਇੰਸ ਦੇ ਵੀ ਸਾਨੂੰ 2-4 ਨੁਕਤੇ ਪਤਾ ਹੁੰਦਾ ਤੇ ਉਹਨਾਂ ਨੂੰ ਅਸੀਂ ਧਰਮ ਤੇ ਕਟਾਕਸ਼ ਕਰਨ ਦਾ ਕਾਰਨ ਬਣਾ ਲੈਂਦੇ ਹਾਂ। ਧਰਮ ਤੇ ਬਹੁਤ ਪਹਿਲਾਂ ਦੀ ਖੇਡ ਹੈ, ਸਾਇੰਸ ਕੇਵਲ ਉਹਦੇ ਨਿਯਮਾਂ ਦੀ ਖੇਡ ਹੈ। ਸੰਗਤ ਜੀ, ਇਸ ਲਈ ਬੇਨਤੀ ਕਰੀਏ, ਮਾਲਕ ਜੀ ਜਿਉਂ ਤੂੰ ਰੱਖੇ ਤਿਵ ਹੀ ਰਹਿਣਾ, ਤੁਮਰਾ ਪਹਿਨੈ ਖਾਏ। ਜੋ ਤੁਸੀਂ ਦਿੰਦੇ ਹੋ, ਜੋ ਤੁਸੀਂ ਦਿੱਤਾ ਸੀ ਉਹ ਪਹਿਨਦੇ ਤੇ ਖਾਂਦੇ ਆ। ਜਿਵੇਂ ਤੂੰ ਰੱਖਦਾ ਮਾਲਕ ਜੀ, ਉਵੇਂ ਅਸੀਂ ਰਹਿੰਦੇ ਹਾਂ। ਇਹਦੇ ਤੇ ਵੀ ਬੜੇ ਵੱਡੇ ਨੁਕਤੇ ਨੇ ਜਿਹੜੇ ਸਾਧ ਸੰਗਤ ਜੀ, ਅਸੀਂ ਕਦੇ ਧਰਮ ਦੀ ਦੁਨੀਆ 'ਚ ਆਤਮ ਸਮਰਪਣ, ਕੰਪਲੀਟ ਸਰੈਂਡਰ ਦੀ ਭਾਵਨਾ ਬਣਾ ਲਈਏ ਕਿ ਮਾਲਕ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਈਏ। ਨਹੀਂ ਤਾਂ ਯਾਦ ਰੱਖਿਓ, ਤੁਮਰਾ ਪਹਿਨੈ ਖਾਏ, ਕੇਵਲ ਪਹਿਨਿਆਂ ਤੇ ਪਹਿਨਦੇ ਤੇ ਖਾਣ ਦੇ ਉਹਦਾ ਦਿੱਤਾ ਨਹੀਂ। ਇੱਕ ਨੁਕਤਾ ਕਹਿ ਦਿਆਂ ਜੇ ਸਮਝਣਾ ਹੋਵੇ, ਤੁਸੀਂ ਜਿਹੜੇ ਸਿਆਣੇ ਬਜ਼ੁਰਗ ਬੈਠੇ ਹੋ, ਅੱਜ ਤੋਂ 70-80 ਸਾਲ 90 ਸਾਲ ਪਹਿਲਾਂ ਦੀ ਦੁਨੀਆ 'ਚ ਦੁੱਧ ਦੇ ਰਸਗੁੱਲੇ ਨਹੀਂ ਸੀ ਬਣਦੇ, ਪਨੀਰ ਵਾਲਿਆਂ ਕੇ ਬਣ ਜਾਂਦਾ ਸੀ। ਦੁੱਧ ਉਹਨੇ ਤੈਨੂੰ ਦੇ ਦਿੱਤਾ ਹੈ, ਆਉਣ ਵਾਲੇ ਸਮੇਂ ਵਿੱਚ ਇਹ ਤੋਂ ਕੀ ਕੁਝ ਬਣਦਾ ਹੈ ਉਹਦੇ ਪਹਿਲਾਂ ਵੀ ਬਣ ਸਕਦੇ ਸੀ ਨਾ। ਬੰਦੇ ਦੀ ਸਮਝ ਆ ਗਿਆ ਵੀ ਨਹੀਂ, ਇਹ ਤੋਂ ਇਕੱਲਾ ਪਨੀਰ ਨਹੀਂ ਬਣਦਾ, ਇਹ ਤੋਂ ਰਸਗੁੱਲੇ ਵੀ ਬਣ ਜਾਂਦੇ ਹੈ। ਦੁੱਧ ਤੇ ਉਹਨੇ ਪਹਿਲਾਂ ਹੀ ਬਣਾਇਆ ਹੋਇਆ, ਦੁੱਧ ਵਿੱਚ ਉਹਨੇ ਸਭ ਕੁਝ ਪਹਿਲਾਂ ਹੀ ਰੱਖਿਆ। ਇਸ ਲਈ ਸੰਗਤ ਜੀ, ਮਾਲਕ ਨੇ ਪਹਿਲਾਂ ਹੀ ਬਚਨ ਕਹਿਆ, ਜੋ ਕਿਛ ਪਾਇਆ ਸੋ ਏਕਾ ਵਾਰ, ਉਹਨੇ ਤੇ ਸਭ ਕੁਝ ਰਚਿਆ ਹੋਇਆ। ਇਹ ਤੂੰ ਉਹਦਾ ਆਨੰਦ ਲੈ ਰਿਹਾ, ਤੁਮਰਾ ਪਹਿਨੈ ਖਾਏ। ਤੇ ਨਾਲ ਦੀ ਨਾਲ ਇਹ ਗੱਲ ਵੀ ਚੇਤੇ ਰੱਖਿਓ, ਸਰੀਰ ਨੂੰ ਚੱਲਣ ਵਾਲੇ 3 ਨੁਕਤੇ ਮੇਨ ਨੇ। ਪਹਿਲਾ ਹੈ ਸਵਾਸ, ਫਿਰ ਹੈ ਉਹਦੀ ਜੋਤ, ਤੇ ਤੀਜਾ ਹੈ ਖੂਨ। ਬੜੇ ਪਿਆਰ ਨਾਲ ਸੁਣਿਓ, ਤੁਮਰਾ ਪਹਿਨੈ ਖਾਏ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿ ਸਵਾਸ ਤੂੰ ਲੈਣਾ, ਸਵਾਸ ਵੀ ਉਹ ਦੇ ਰਿਹਾ ਹੈ। ਇਹ ਤਾਂ ਬੇਨਤੀਆਂ ਨੇ। ਬੰਦਾ ਕਹਿੰਦਾ ਮੈਂ ਬੜਾ ਕੁਝ ਕਰਦਾ, ਤੇ ਵਾਰ-ਵਾਰ ਤੁਹਾਨੂੰ ਸਿਖਾਇਆ ਜਾ ਰਿਹਾ ਬੰਦਾ ਸਭ ਕੁਝ ਕਰਦਾ ਹੈ, ਬੰਦਾ ਸਭ ਕੁਝ ਕਰਦਾ ਹੈ।
तो जिद्दे वो अपनी जोत खिच लेंदा बंदा तो एक साह नहीं लै सकता। बंदा साह लैंदा नहीं। हालांकि कई बारी बेनती तुहाडे चरनां च है, जदों कोई अंतले स्वासां ते जां बीमार बहुत ज़्यादा होवे ना तो आपां उहदी नक जे कोले हत्थ करके बंदा कहंदा अजे साह लई जांदा है। जे साह लैंदा होवे ते लैणों हटे ही ना, ये तो लैंदा ही रहे साह, ये लै नहीं रहा, श्वास दिते जा रहे ने। ते जिद्यों देने बंद कर दिंदा कंप्लीट हो जाते हैं। ngन घाले सब दिवस सास नह बढण घटण तिल तिलसार जीवन लोर है भरमो नानक तेऊ गवार। इसलिए साह उहदी दात है। संगत जी श्वासां तो बाद जोत उहदी दात है ना। जियो पाए पिंड जन साजिया, जोत रख के शरीर बनाया तुमरा पहिने खाए। जियो पाए पिंड जन साजिया दिता पहिनन खान। इसलिए सारिया उहदियां दातां ने। वेखो एक नुकता होर सुनिया जे, ये रब जी ने आपा बंदा धरती च दाना पाउंदा मनो कणक दा, यूनीवर्सिटियां बीजां की सोध करदियां, नुकते ने समझण वाले। ते ओह बीज की सोध कीती कणक दी, कणक दे बीजां चों ही सोध करके बीज बनाई है ना। ये तो नहीं है भी मक्की लैके उहदी कणक बना दित्ती। ते कणक दा दाना धरती च बीजिया ते धरती विच ते रब जी ने समर्था रखी ना तुमरा पहिने खाए। भी एक दाने दे कोई सैकड़े दाने जां 60-70 दाने एक छट्टे विच बन गए। धरती किहने बनाई? बंदे ने बनाई। जे बंदा सब कुछ बनाउंदा है ते बाबा फरीद साहब ने पता की कहा, भावें वो कबर दे परथाए बच्चा ने भी फरीदा मिट्टी पाई है तोल भी कोई ना होसी मित है। तो याद रखियो अंदाजा लाया साइंस ने, अजे तक तो मिट्टी का भार नहीं तोलिया जा सकिया। इसलिए साहब कहते तू तो बेनती कर मालक जी, ज्यो तू रख हे तिव ही रहना तुमरा पहिने खाए। ते अंतलियां पंक्तियां ने, साध संगत कै बल बल जाई बहुड़ ना जन्मा धाए। मैं सतसंगत तो बलिहार जाना जिहदे विचों मैनू नाम मिलिया। क्यों? क्योंकि मैल साध संगत भज केवल नाम। इत्थे एक भाई गुरदास साहब की पौड़ी कहनी चाहना भी जेड़े गुरमुख हो जाते ना उस प्रकर नूं समझियो, जेड़े राम के गुण गाए वाला जीवन बना लेंदे है, जेड़े बेनती करते सानू कदे विसरी ना भुलाई ना, तू सदा साडे अंदर टिकिया रही याद विच रवें। उन्हां दा जीवन भाई गुरदास साहब ने बहुत सोहना खिंचिया। 5 प्रमाण दिते भाई गुरदास साहब ने साध संगत दे प्रथाए। भाई गुरदास जी कहते 52 चंदन आखी है बाहले बिसियर तिस लपटाही। अर्थ करते जाइए नाल नाल, समा इतना है। भाई गुरदास जी कहते वेखो चंदन दे दुआले बाहले, उत्थे अखर लिखे है बब्बा हाहा ला लले नूं कन्ना ला सॉरी बाहले, इत्थे शब्द दे अर्थ करांगे बाहले। बाहले बिसियर तिस लपटाई। भाई गुरदास जी कहते चंदन नूं सप लिपटे रहिंदे है ते सप दे विच तामशी गुण जहर वाला गुण, पर चंदन कदे भी वो गुण लैंदा नहीं। मैं कई बारी सोचदा नुकते समझण वाले नाल, वेखो चंदन नूं सप लिपटे है तो तुसीं जाणदे हो चंदन बीजिया जांदा। 52 चंदन जिहदे चों सुगंध मिलदी है, जिहदे चों अगे पदार्थ पैदा हुंदे है। ते जे रब अगे खेड़ना ना बनाउंदा, नुकता नूं सुणिओ, ते चंदन नूं सप्पां ने नहीं सी छड्डना। जदों चंदन तो सप उतरदे नहीं ना, ते जिहने चंदन की खेती कीती हुंदी पता किदां उतारदा है? उस बाग विच लिया के मोर छड्ड दिंदा है। मोर तो सप डरदा है, मोर दे सामने सप नहीं ढकदा। जदों सप मोर नूं वेखेगा भज जाएगा। जदों चंदन दे बाग विच सप मोर आउंदे है, सप चंदन नूं छड्ड के भज जांदे है। बाग दा मालक बाग दी खेती वढ लैंदा है, वरत लैंदा है। भाई गुरदास जी कहंदे पर चंदन इन्ना ठंडा है ते सप विच इन्नी जहर है, पर कदे भी वो सप वाला गुण नहीं लैंदा। अगे समझो साध संगत कै बल बल जाई बहले बिसियर तिस लपटाई। दूजा प्रमाण पारस अंदर पत्थर ते की करदा? पारस पत्थर होए ना जाई। भाई गुरदास जी कहंदे पारस पत्थरां विच ही रहिंदा है, पर पारस कदे पत्थर नहीं हुंदा। संखेप अर्थ। तीजा प्रमाण दिता कहंदे जिवें सप्पां दे सिर ते, जिन्ना सप्पां दे सिर ते हुण साध संगत जी मणी है, मणी जिन्ना सप सिरी, जिन्ना सप्पां दे सिर ते मणी है, ते भाई गुरदास जी कहंदे वखरे नहीं रहिंदे, ओए भी सप्पां विच फिराही। वो भी सप्पां दे विच ही फिरदे। 3 प्रमाण हो गए। चौथा प्रमाण भाई जी ने दिता है, कहन लगे लहरी जिहड़े ना लहरी अंदर हंसले, जिवें लहरां दे अंदर मान सरोवर ते हंस जांदे है, मानक मोती चुग चुग खाही, ते कदे भी उत्थों डड्डियां मच्छियां नहीं, होर कंकर पत्थर नहीं, उत्थों मोती चुगदे है।
ਪੰਜਵਾਂ ਪ੍ਰਮਾਣ ਦਿੱਤਾ, ਜਿਉਂ ਜਲ ਕਲ ਜਿਉਂ ਜਲ ਕਮਲ ਅਲਿਪਤ ਹੈ। ਜਿਵੇਂ ਪਾਣੀ ਦੇ ਵਿੱਚ ਕਮਲ ਦਾ ਪੌਦਾ ਅਲਿਪਤ ਹੈ। ਆਹ ਪ੍ਰਮਾਣ ਸੁਣਿਓ, ਸਾਧ ਸੰਗਤ ਕੈ ਬਲ ਬਲ ਜਾਈ। ਭਾਈ ਗੁਰਦਾਸ ਜੀ ਕਹਿੰਦੇ ਗੁਰ ਸਿੱਖ ਜਿਹੜੇ ਹੈ ਨਾ ਕੀ ਕਰਦੇ ਆ, ਘਰ ਬਾਰੀ ਤੇ ਵਾਹੀ। ਗੁਰਸਿੱਖ ਘਰ ਬਾਰੀ ਤੇ ਵਾਹੀ। ਇਵੇਂ ਜਿਹੜੇ ਗੁਰਸਿੱਖ ਹੈ ਨਾਮ ਜਪਣ ਵਾਲੇ ਵੀ ਲੋਕੀ ਕਹਿੰਦੇ ਫਿਰ ਉਹ ਸੰਸਾਰ 'ਚ ਕਿਵੇਂ? ਪੰਜੇ ਪ੍ਰਮਾਣ ਦੇ ਕੇ ਕਿਹਾ, ਜਿਵੇਂ ਸੱਪ ਦਾ ਗੁਣ ਚੰਦਨ ਨਹੀਂ ਲੈਂਦਾ, ਔਗਣ ਚੰਦਨ ਨਹੀਂ ਲੈਂਦਾ। ਜਿਵੇਂ ਪਾਰਸ ਪੱਥਰ ਵਿੱਚ ਰਹਿ ਕੇ ਪੱਥਰ ਨਹੀਂ ਹੁੰਦਾ, ਮਣੀ ਵਾਲਾ ਸੱਪ ਦੂਜੇ ਸੱਪਾਂ 'ਚ ਰਹਿੰਦਾ। ਕਮਲ ਦਾ ਪੌਦਾ ਪਾਣੀ 'ਚ ਰਹਿੰਦਾ, ਚਿੱਕੜ ਵਿੱਚ ਨੂੰ ਹਾਸਲ ਨਹੀਂ ਕਰਦਾ। ਇਵੇਂ ਸਾਧ ਸੰਗਤ ਜੀ ਗੁਰਸਿੱਖ ਘਰਾਂ ਵਿੱਚ ਰਹਿ ਕੇ ਆਸਾ ਵਿੱਚ ਨਿਰਾਸ਼ ਹੈ। ਜੀਵਨ ਮੁਕਤ ਜੁਗਤ ਜਿਵਾਹੀ, ਸਾਧ ਸੰਗਤ ਕਿਤ ਮੁਖ ਸਲਾਹੀ। ਭਾਈ ਗੁਰਦਾਸ ਜੀ ਕਹਿੰਦੇ ਮੈਂ ਸਤ ਸੰਗਤ ਨੂੰ ਕਿਹੜੇ ਮੁਖ ਨਾਲ ਸਲਾਹਾਂ? ਸਾਧ ਸੰਗਤ ਵਿੱਚ ਇੰਨੇ ਗੁਣ ਹੈ, ਜਿੱਥੋਂ ਦਾਤ ਮਿਲਦੀ ਹੈ ਸਾਧ ਸੰਗਤ ਕਹਿ ਬਲ ਬਲ ਜਾਹੀ, ਬਹੁੜ ਨਾ ਜਨਮਾਂ ਧਾਏ। ਜਿਹਦੇ ਕਰਕੇ ਸਤਿਗੁਰ ਕਹਿ ਜਨਮੈ ਗਵਨ ਮਟਾਇਆ, ਦਾਤ ਮਿਲਦੀ ਭਾਵ ਬਾਰ-ਬਾਰ ਜਨਮ ਨਹੀਂ ਹੁੰਦਾ। ਔਰ ਗੁਰਮਤਿ ਦਾ ਨਿਯਮ ਹੈ, ਜੇ ਤਾਂ ਰੱਬ ਦਾ ਨਾਮ ਜਪਿਆ, ਸੁਣਿਆ ਦੇ ਅੰਤਲੇ ਵਿਚਾਰ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ, ਫਿਰ ਤਾਂ ਜਨਮ ਮਰਨ ਮਿਟ ਜਾਂਦਾ ਹੈ। ਤੇ ਨਹੀਂ ਤਾਂ ਭੁਲੇਖੇ 'ਚ ਨਾ ਪੈ ਜਿਓ ਦੋ ਚਾਰ ਬੰਦਿਆਂ ਨੂੰ ਸੁਣ ਕੇ ਵੀ ਕੋਈ ਅੱਗੇ ਜਨਮ ਮਰਨ ਨਹੀਂ ਹੁੰਦਾ। ਗੁਰੂ ਰਾਮਦਾਸ ਸਾਹਿਬ ਤੋਂ ਵੱਧ ਸਿਆਣੇ ਨਾ ਮੰਨੋ ਉਹਨਾਂ ਪ੍ਰਚਾਰਕਾਂ ਨੂੰ। ਬੇਨਤੀ ਹੈ, ਭਾਵੇਂ ਮੈਂ ਵੀ ਵਿੱਚ ਹੋਵਾਂ, ਜਿਹੜਾ ਵੀ ਕਵੇ। ਗੁਰੂ ਰਾਮਦਾਸ ਸਾਹਿਬ ਦੇ ਬਚਨ ਨੇ, ਆਪ ਜੀ ਸਿਆਣੇ ਬੈਠੇ ਹੋ, ਕਿ ਮਨ ਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਭਾਏ। ਇਸ ਲਈ ਜਿਹੜਾ ਬਚਦਾ ਉਹ ਹੈ ਜਿਹੜਾ ਸਤ ਸੰਗਤ ਵਿੱਚ ਆ ਜਾਏ। ਨਾਨਕ ਦਾਸ ਤੇਰੀ ਸਰਨਾਈ, ਜੋ ਭਾਵੈ ਤਿਵੈ ਚਲਾਏ। ਐਸੇ ਗੁਰਸਿੱਖ ਕਹਿੰਦੇ ਨੇ ਮਾਲਕ ਜੀ ਸਤਿਗੁਰੂ ਜੀ ਤੇਰੀ ਸਰਨਾਈ ਹਾਂ, ਜੋ ਭਾਵੈ ਤਿਵੈ ਚਲਾਏ। ਜਿਵੇਂ ਤੁਹਾਨੂੰ ਚੰਗਾ ਲੱਗਦਾ, ਭਾਵ ਨਾਨਕ ਗਰੀਬ ਢਹਿ ਪਿਆ ਦੁਆਰੇ, ਮਿਲ ਲੇਹੋ ਵਡਿਆਈ। ਇਹ ਬੇਨਤੀ ਅਸੀਂ ਕਰੀਏ, ਨਾਨਕ ਦਾਸ ਤੇਰੀ ਸਰਨਾਈ, ਜੋ ਭਾਵੈ ਤਿਵੈ ਚਲਾਏ। ਜਿਵੇਂ ਤੈਨੂੰ ਚੰਗਾ ਲੱਗਦਾ ਮਾਲਕ ਦੇ ਹੁਕਮ ਨੂੰ ਪਛਾਨੀਏ। ਜਿਹੜਾ ਹੁਕਮ ਨੂੰ ਸਮਝਣ ਲੱਗ ਪਏ, ਪੂਰਾ ਤੇ ਨਹੀਂ ਕਿਹਾ ਜਾ ਸਕਦਾ, ਉਹ ਭਾਣੇ ਵਿੱਚ ਚੱਲਣ ਵਾਲਾ ਹੋ ਜਾਂਦਾ ਹੈ। ਇਸ ਲਈ ਸੰਗਤ ਜੀ ਸਤਿਗੁਰੂ ਮੇਰਾਮਤ ਕਰਨ, ਗੁਰੂ ਦੇ ਬਚਨ ਸਾਡੇ ਹਿਰਦਿਆਂ ਤੇ ਵਸਣ। ਫਿਰ ਤੁਹਾਡੇ ਚਰਨਾਂ 'ਚ ਬੇਨਤੀ ਹੈ, ਨਾਮ ਬਾਣੀ ਵਾਲਾ ਜੀਵਨ ਬਣਾਈਏ। ਖੰਡੇ ਬਾਟੇ ਦੀ ਪੌਲ, ਖੰਡੇ ਬਾਟੇ ਦਾ ਅਮਰ ਛਕ, ਬਾਣੀ ਬਾਣੇ ਵਾਲਾ ਜੀਵਨ ਬਣਾ ਕੇ ਨਾ ਬਾਣੀ ਦੇ ਅਭਿਆਸੀ ਹੋਈਏ। ਸਤ ਸੰਗਤ ਦੀ ਪ੍ਰਾਪਤੀ ਕਰੀਏ, ਗੁਰੂ ਤੇ ਪੂਰਨ ਭਰੋਸਾ ਕਰੀਏ, ਗੁਰੂ ਤੇ ਪੂਰਾ ਵਿਸ਼ਵਾਸ ਕਰੀਏ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ, ਅਵਖਦ ਮੁਖ ਦੇਵੈ ਕੱਟੈ, ਜਮ ਕੀ ਫੰਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸਤਿਗੁਰੂ ਮੇਰਾਮਤ ਕਰਨ। ਕੀਤੀ ਹੋਈ ਵਿਚਾਰ ਸੁਣਿਆ ਬੋਲਿਆ ਸ਼ਬਦ ਥਾਏ ਪਾਉਣ। ਬਚਨ ਗੁਰੂ ਕੇ ਜਾਣ ਕੇ ਹਿਰਦਿਆਂ ਤੇ ਵਸਾ ਲੈਣੇ, ਭੁੱਲਾਂ ਦੱਸਦੀਆਂ ਸਮਝ ਕੇ ਛੱਡ ਦੇਣੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਸੋਚੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਸਿੰਘ ਸਾਹਿਬ ਅਤੇ ਹੋਰ ਗੁਰੂ ਕੇ ਵਜ਼ੀਰ ਸਾਹਿਬਾਨ ਸਭ ਦਾ ਧੰਨਵਾਦ। ਆਪ ਸਾਧ ਸੰਗਤ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫੀ ਦਿੰਦਿਆਂ ਅਸੀਸਾਂ ਦੀ ਦਾਤ ਝੋਲੀ ਪਾਇਓ। ਦੇਹੋ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਿਓ। ਸਤਿਗੁਰੂ ਰਹਿੰਦੇ ਸਵਾਸ ਤੇ ਸਮਾਂ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਭੈ ਤੇ ਭਾਵਨੀ, ਪਿਆਰ ਤੇ ਭਰੋਸਾ ਬਖਸ਼ਿਸ਼ ਕਰਕੇ ਬਤੀਤ ਕਰਵਾ ਲੈਣ। ਭੁੱਲਾਂ ਚੁੱਕਾਂ ਦੀ ਖਿਮਾ ਦਿੰਦੇ ਆਸੀਸ ਬਖਸ਼ੋ। ਆਖੋ ਜੀ ਪਿਆਰ ਤੇ ਸਤਿਕਾਰ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।